सतनाम श्री वाहिगुरु साहिब जी। एक ओंकार सतनाम। करता पुरख निरभव निर्वैर अकाल मूरत अजूनी सैभं गुर प्रसाद जप। आद सच जुगाद सच है भी सच नानक होसी भी सच। चक्र चेहन हर बरन जात हर पात नहन जे। रूप रंग हर रेख भेख को कह न सकत के। अचल मूरत अनभव प्रकाश अमितोज कहिजै। कोट इंद्र इंद्राण साहे साहन गणिजै। त्रिभुवन महीप सुर नर असुर नेत नेत बांतरण कहत। तै सर्वनाम कथ कवन कर्म नाम वर्ण तुसमत। हवाया दूरों चल कै मैं तकी तौ सरणाए जियो। मैं आशा रखी चित मह मेरा सबो दुख गवाए जियो। सगल गुणा के दाते स्वामी बिनो सुनो एक दीना। देहो तरस नानक बलिहारी जियड़ा बल बल कीना। ज्ञान अंजन गुर दिया अज्ञान अंधेर विनाश। हर कृपा ते संत भेटिया नानक मन प्रगास। डंडाउत बंधन अनकबार सर्ब कला सुमरथ। डोलन ते राखो प्रभु नानक दे कर हाथ। डोलन ते राखो प्रभु नानक दे कर हाथ। सतनाम श्री वाहिगुरु साहिब जी। सोरठ महला पहला। अलाख अपार अगामा गोचर ना तिस काल न कर्मा। जात अजात अजनी संभव ना तिस भाव न भरमा। अलाख अपार अगामा गोचर ना तिस काल न कर्मा। जात अजात अजूनी संभव ना तिस भाव न भरमा। साचे सचियार विटोह कुर्बान ना तिस रूप वर्ण नहीं रेखिया। साचा शब्द निशान रहाओ। ना तिस मात पिता सुत बंदप ना तिस कामना नारी। अकोल निरंजन अपर परंपर सगली जोत तुम्हारी। घट घट अंतर ब्रह्म लुकाया घट घट जोत सुबाई। बजर कपाट मुक्ते गुरमती निर्भय ताड़ी लाई। जंत्य उपाय काल सिरजंता वसगत जुगत सुबाई। सतगुर सेव पदार्थ पावह छूटह शब्द कमाई। सूचै भांडै साच सुमावै विरले सूचा चारी। तंतै कहो परम तंत मिलाया नानक शरण तुम्हारी। सूचै भांडै साज समावै विरले सूचा चारी।
ਤੰਤੈ ਕਉ ਪਰਮ ਤੰਤ ਮਲਾਇਆ, ਨਾਨਕ ਸਰਣ ਤੁਮਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ, ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਦੀਨ ਦੁਨੀਆ ਦੇ ਵਾਲੀ, ਚਵਰ ਛਤਰ ਤਖਤ ਦੇ ਮਾਲਕ, ਮਿਹਰਾਂ ਦੇ ਸਾਈਂ, ਕਰਨਾ ਨਿਧਾਨ ਅੰਤਰਜਾਮੀ ਸਤਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾਲਤਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਗੁਰੂ ਕੀਆਂ ਸੰਗਤਾਂ ਗੁਰੂ ਘਰ ਦੀ ਹਾਜ਼ਰੀ ਭਰ ਰਹੀਆਂ ਹਨ। ਦਰਸ਼ਨ ਕਰਕੇ ਆਪਣੇ ਨੇਤਰਾਂ ਦੀ ਪਵਿੱਤਰਤਾ ਬਣਾ ਰਹੀਆਂ ਨੇ। ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਰਸ਼ਨ ਬਖਸ਼ੇ। ਪੰਜ ਬਾਣੀਆਂ ਦੇ ਨਿਤਨੇਮ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਵਾਹਿਗੁਰੂ ਮੰਤਰ ਦੇ ਜਾਪ, ਆਸਾ ਜੀ ਦੀ ਵਾਰ ਦੇ ਕੀਰਤਨ ਹੋਏ। ਉਪਰੰਤ ਗੁਰੂ ਕੀ ਬਾਣੀ ਦੀ ਲੜੀਵਾਰ ਕਥਾ ਆਪਾਂ ਰੋਜ਼ ਵਿਚਾਰਦੇ ਹਾਂ। ਸੋਠ ਰਾਗਣੀ ਅੰਦਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸ਼ਬਦ ਚੱਲ ਰਹੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਬਾਬਤ ਭਾਈ ਗੁਰਦਾਸ ਜੀ ਨੇ ਬਚਨ ਕੀਤੇ ਨੇ, ਜਗਤ ਪੀਰ ਜਾਹਰ ਪੀਰ ਜਗਤ ਗੁਰ ਬਾਬਾ। ਉਹ ਕਿਸੇ ਮਜ਼ਹਬ ਦੇ ਪੀਰ ਕਰਕੇ ਮੰਨੇ ਗਏ ਔਰ ਕਿਸੇ ਦੇ ਗੁਰੂ ਕਰਕੇ। ਭਾਵ ਸਾਰੇ ਸੰਸਾਰ ਨੇ ਜਿਨ੍ਹਾਂ ਨੂੰ ਆਦਰ ਮਾਣ ਦਿੱਤਾ, ਸਤਿਕਾਰ ਦਿੱਤਾ, ਐਸੇ ਜਗਤ ਗੁਰੂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਸਾਰਿਆਂ ਦੇ ਸ੍ਰਿਸ਼ਟੀ ਦੇ ਭਲੇ ਵਾਸਤੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਨੇ ਸਾਧ ਸੰਗਤ ਜੀ ਨਾਮ ਦੀ ਮਹਾਨਤਾ ਸੰਸਾਰ ਤੇ ਅਵਤਾਰ ਲੈ ਕੇ ਕਥਨ ਕੀਤੀ। ਭਾਵੇਂ ਸਿਆਣੇ ਕਹਿੰਦੇ ਨੇ ਕਿ ਨਾਮ ਦੀ ਗੱਲ ਮਹਾਰਾਜ ਜੀ ਦੇ ਅਵਤਾਰ ਤੋਂ ਪਹਿਲਾਂ ਵੀ ਚੱਲਦੀ ਸੀ, ਪਰ ਇੰਨੀ ਨਹੀਂ ਸੀ ਚੱਲਦੀ ਜਿੰਨੀ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਮਹਾਰਾਜ ਨੇ ਤਾਂ ਮੋਹਰ ਹੀ ਲਾ ਦਿੱਤੀ, ਨਾਨਕ ਕਹਿ ਘਰ ਕੇਵਲ ਨਾਮ। ਇੱਥੇ ਤਾਂ ਕਹਿੰਦੇ ਗੁਰਮੁਖੋ ਸਿਰਫ ਨਾਮ ਦੀ ਗੱਲ ਹੈ, ਕੇਵਲ ਨਾਮ ਦੀ ਗੱਲ। ਕਿਉਂਕਿ ਬਹੁਤ ਸਾਰੇ ਪੁਰਾਤਨ ਗ੍ਰੰਥਾਂ ਵਿੱਚ ਨਾਮ ਦਾ ਵੀ ਚਰਚਾ ਹੈ, ਪਰ ਕੁਝ ਕਰਮ ਕਾਂਡਾਂ ਦਾ ਵੀ ਜ਼ਿਕਰ ਹੈ। ਪਰ ਮਹਾਰਾਜ ਦੇ ਬਚਨ ਨੇ ਸਤਿਯੁਗ ਸਤ ਤੇਤਾ ਜੱਗੀ ਦੁਆਪਰ ਪੂਜਾ ਚਾਰ, ਤੀਨੋਂ ਯੁਗ ਤੀਨੋਂ ਦਿੜੇ ਕਲ ਕੇਵਲ ਨਾਮ ਆਧਾਰ। ਸਤਿਯੁਗ ਵਿੱਚ ਕੁਝ ਹੋਰ ਮਰਿਆਦਾ ਸੀ। ਲੋਕ ਸਤ ਪ੍ਰਤੱਗੀ ਸਨ, ਸੱਚ ਤੇ ਪਹਿਰਾ ਦਿੰਦੇ ਸਨ, ਮਨਾਂ ਦੀ ਬਿਰਤੀ ਠੀਕ ਸੀ। ਸਤਿਯੁਗ ਸਤ, ਤੇਤਾ ਜੱਗੀ। ਤ੍ਰੇਤਾ ਆਇਆ ਤੇ ਫਿਰ ਕਹਿੰਦੇ ਨੇ ਜੱਗ ਪ੍ਰਚਲਿਤ ਹੋਏ। ਕਈ ਪ੍ਰਕਾਰ ਦੇ ਜੱਗ ਸਨ, ਜਿਨ੍ਹਾਂ ਵਿੱਚੋਂ ਅਸਮੇਧ ਜੱਗ ਸਭ ਤੋਂ ਸ੍ਰੇਸ਼ਟ ਮੰਨਿਆ ਗਿਆ। ਉਵੇਂ ਰਾਜਮੇਧ ਜੱਗ ਸੀ, ਅਸਮੇਧ ਜੱਗ ਸੀ, ਗੈਂਡਾ ਮੇਘ ਜੱਗ ਸੀ, ਨਰਮੇਧ ਜੱਗ ਸੀ। ਕਈ ਪ੍ਰਕਾਰ ਦੇ ਜੱਗ ਲੋਕ ਕਰਦੇ ਸਨ, ਪਰ ਅਸਮੇਧ ਜੱਗ ਜਿਹੜਾ ਇਹਦਾ ਕਹਿੰਦੇ ਸੀ ਫਲ ਬਹੁਤਾ ਜ਼ਿਆਦਾ, ਜਿਹੜਾ ਤ੍ਰੇਤੇ 'ਚ ਪ੍ਰਚਲਿਤ ਹੋਇਆ ਗੁਰੂ ਸਾਹਿਬ ਜੀ ਦੇ ਬਚਨਾਂ ਅਨੁਸਾਰ। ਸਤਿਯੁਗ ਸਤ, ਤੇਤਾ ਜੱਗੀ, ਜੱਗ ਚੱਲੇ। ਦੁਆਪਰ ਪੂਜਾ ਚਾਰ, ਮਹਾਰਾਜ ਦੇ ਬਚਨ ਕਹਿੰਦੇ ਦੁਆਪਰ 'ਚ ਬਹੁਤੀ ਪੂਜਾ, ਮੂਰਤੀ ਪੂਜਾ ਦਾ ਜਿਹੜਾ ਪ੍ਰਚਲਨ ਉਹ ਦੁਆਪਰ 'ਚ ਹੋਇਆ ਜ਼ਿਆਦਾ। ਤੀਨੋਂ ਯੁਗ ਤੀਨੋਂ ਦਿੜੇ ਕਲ ਕੇਵਲ ਨਾਮ ਆਧਾਰ। ਕਹਿੰਦੇ ਤਿੰਨਾਂ ਜੱਗਾਂ ਦਾ ਜਦੋਂ ਨਿਰਣਾ ਕਰਕੇ ਦੇਖਿਆ, ਕਲ ਯੁਗ ਵਿੱਚ ਸਿਰਫ ਨਾਮ ਦਾ ਆਸਰਾ। ਨਾ ਤਾਂ ਸਤ ਪ੍ਰਤੱਗੀ ਨੇ ਲੋਕ, ਨਾ ਹੁਣ ਜੱਗਾਂ ਦੀ ਮਰਿਆਦਾ, ਨਾ ਮੂਰਤੀ ਪੂਜਾ। ਭਾਵੇਂ ਸਨਾਤਨੀ ਵੀਰ ਗੁਰਮੁਖ ਪਿਆਰੇ ਉਹ ਕਰਦੇ ਆ, ਪਰ ਮੂਰਤੀ ਪੂਜਾ ਨੂੰ ਪਾਰ ਉਤਾਰੇ ਦਾ ਸਾਧਨ ਮੰਨਿਆ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਇਸ ਕਰਕੇ ਸਿਰਫ ਨਾਮ ਦੀ ਹੀ ਮਹਾਰਾਜ ਜੀ ਨੇ ਬਹੁਤੀ ਚਰਚਾ ਕੀਤੀ, ਨਾਮ ਦਾ ਹੀ ਮਹਾਤਮ ਦੱਸਿਆ। ਨਾਮ ਆਪ ਜਪਿਆ ਔਰ ਨਾਮ ਜਪਣ ਦੀ ਹੀ ਪ੍ਰੇਰਨਾ ਸੱਚੇ ਪਾਤਸ਼ਾਹ ਜੀ ਨੇ ਆਪ ਕਿਰਪਾ ਕਰਕੇ ਕੀਤੀ। ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕੀਤੇ ਨੇ, ਬਾਬੇ ਪਹਿਲੋਂ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਘਾਲ ਕਮਾਈ। ਅਰੇ ਤੱਕ ਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉ ਬਣ ਆਈ। ਕਹਿੰਦੇ ਇੰਨੀ ਤਪੱਸਿਆ ਕੀਤੀ, ਅਕਾਲ ਪੁਰਖ ਵਾਹਿਗੁਰੂ ਨਾਲ ਅਭੇਦਤਾ ਸੀ। ਬਾਬਾ ਪੈਦਾ ਸੱਚਖੰਡ, ਨੌ ਨਿਧ ਨਾਮ ਗਰੀਬੀ ਪਾਈ। ਕਹਿੰਦੇ ਸੱਚਖੰਡ ਵਿੱਚੋਂ ਮਹਾਰਾਜ ਜੀ ਨੇ ਨਾਮ, ਨੌ ਨਿਧੀਆਂ ਤੇ ਹਿਰਦੇ ਦੀ ਨਿਮਰਤਾ ਲਿਆ ਕੇ ਦਿੱਤੀ ਸੰਸਾਰ ਦੇ ਭਲੇ ਵਾਸਤੇ। ਜਦੋਂ ਆਪਾਂ ਮਾਝ ਰਾਗ ਦੀ ਵਾਰ ਪੜ੍ਹਦੇ ਹਾਂ ਤਾਂ ਮਹਾਰਾਜ ਕਹਿੰਦੇ ਨੇ
ਮੈਨੂੰ ਬੁਲਾਇਆ ਗਿਆ ਭਾਈ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ। ਹਉ ਢਾਡੀ ਬੇਕਾਰ ਕਾਰਿਆ ਲਾਇਆ, ਰਾਤ ਦਹਿ ਕੇ ਵਾਰ ਤੁਰੋ ਫਰਮਾਇਆ, ਢਾਡੀ ਸੱਚੇ ਮਹਿਲ ਖਸਮ ਬੁਲਾਇਆ। ਕਹਿੰਦੇ ਨੇ ਉਹਨੇ ਅਕਾਲ ਪੁਰਖ ਵਾਹਿਗੁਰੂ ਨੇ ਮੈਨੂੰ ਬੁਲਾਇਆ ਕਿਉਂ? ਕਿਉਂਕਿ ਮੈਂ ਗੁਰੂ ਘਰ ਦਾ ਢਾਡੀ ਹਾਂ, ਮੈਂ ਉਹਦਾ ਪ੍ਰਚਾਰ ਕਰਨ ਵਾਲਾ, ਮੈਂ ਉਹਦੀ ਗੱਲ ਕਰਦਾ, ਮੈਂ ਵਡਿਆਈ ਕਰਦਾ। ਮੈਂ ਤਾਂ ਬੇਕਾਰ ਹੀ ਤੁਰਿਆ ਫਿਰਦਾ ਸਾਂ, ਮੈਨੂੰ ਉਹਨੇ ਆਪ ਹੀ ਢਾਡੀ ਬਣਾ ਲਿਆ, ਕਾਰੇ ਲਾ ਲਿਆ ਉਹਨੇ। ਸੱਚੀ ਸਿਫਤ ਸਲਾਹ ਕੱਪੜਾ ਆਇਆ ਕਹਿੰਦੇ ਨੇ। ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਨੇ ਸਾਧ ਸੰਗਤ ਜੀ ਸਰੋਪਾ ਬਖਸ਼ਿਸ਼ ਕੀਤਾ ਪ੍ਰਮਾਤਮਾ ਦੀ ਸਿਫਤ ਸਲਾਹ ਦਾ। ਉਸ ਵੇਲੇ ਫਿਰ ਸੱਚੇ ਪਾਤਸ਼ਾਹ ਜੀ ਨੇ ਆ ਕੇ ਸਾਧ ਸੰਗਤ ਜੀ ਸੁਲਤਾਨਪੁਰ ਦੀ ਧਰਤੀ ਤੇ ਆਖਿਆ ਸੀ, ਗੁਰਮੁਖੋ ਸਿਰਫ ਤੇ ਸਿਰਫ ਨਾਮ ਸਹਾਈ ਹੈ ਕਲਯੁਗ ਦੇ ਸਮੇਂ ਵਿੱਚ। ਬਾਬਾ ਪੈਦਾ ਸੱਚਖੰਡ, ਨੌ ਨਿਧ ਨਾਮ ਗਰੀਬੀ ਪਾਈ। ਸੱਚਖੰਡ ਵਿੱਚੋਂ ਸੱਚੇ ਪਾਤਸ਼ਾਹ ਜੀ ਨੇ ਨੌ ਨਿਧੀਆਂ ਨਾਮ ਦੇ ਪਿੱਛੇ ਨੇ ਜੋ ਨਾਮ ਲਿਆ ਕੇ ਦਿੱਤਾ, ਨਾਮ ਦੀ ਬਰਕਤ ਹੈ ਨੌ ਨਿਧੀਆਂ। ਔਰ ਨਾਮ ਟਿਕੇਗਾ ਕਿੱਥੇ? ਜਿਸ ਹਿਰਦੇ ਵਿੱਚ ਗਰੀਬੀ ਹੋਵੇਗੀ। ਗਰੀਬੀ ਦਾ ਮਤਲਬ ਹੁੰਦਾ ਹਿਰਦੇ ਦੀ ਗਰੀਬੀ ਦਾ ਮਤਲਬ ਹੁੰਦਾ ਹਿਰਦੇ ਦੀ ਨਿਮਰਤਾ। ਕਰ ਕਿਰਪਾ ਜਿਸ ਕਾ ਹਿਰਦੇ ਗਰੀਬੀ ਵਸਾਵੈ, ਨਾਨਕੀ ਹਾਂ ਸੁਖ ਆਗੇ ਮੁਕਤ ਪਾਵੇ। ਪੰਜਵੇਂ ਪਾਤਸ਼ਾਹ ਜੀ ਦੇ ਬਚਨ ਨੇ। ਕਹਿੰਦੇ ਉਹ ਕਿਰਪਾ ਕਰਕੇ ਜਿਨ੍ਹਾਂ ਨੂੰ ਹਿਰਦੇ ਦੀ ਪਵਿੱਤਰਤਾ, ਹਿਰਦੇ ਦੀ ਗਰੀਬੀ, ਹਿਰਦੇ ਦੀ ਨਿਮਰਤਾ, ਹਿਰਦੇ ਦੀ ਨਿਰਮਲਤਾ ਬਖਸ਼ ਦੇਵੇ, ਉਹ ਇੱਥੇ ਵੀ ਸੁਖੀ ਹੁੰਦੇ, ਅੱਗੇ ਵੀ ਸੁਖੀ ਨੇ। ਕਿਉਂ? ਕਿਉਂਕਿ ਨਾਮ ਨਿਰਮਲ ਹਿਰਦੇ 'ਚ ਟਿਕਣਾ। ਇਸ ਲਈ ਗੁਰੂ ਸਾਹਿਬ ਜੀ ਨੇ ਸਾਧ ਸੰਗਤ ਜੀ ਅਸਲ ਵਿੱਚ ਨਾਮ ਜਪਣ ਜਪਾਉਣ ਦਾ ਹੀ ਉਪਦੇਸ਼ ਬਖਸ਼ਿਸ਼ ਕੀਤਾ ਹੈ। 1430 ਅੰਗ ਨੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸਰੂਪਾਂ ਦੇ, ਪਵਿੱਤਰ ਬਾਣੀ ਦੇ। ਇੱਕ ਵੀ ਸ਼ਬਦ ਭਾਵੇਂ ਉਹ ਇਤਿਹਾਸਕ ਘਟਨਾ ਨਾਲ ਵੀ ਸੰਬੰਧਿਤ ਕਿਉਂ ਨਾ ਹੋਵੇ, ਆਪਾਂ ਐਸਾ ਨਹੀਂ ਦੱਸ ਸਕਦੇ ਜਿਸ ਵਿੱਚ ਨਾਮ ਦਾ ਮਹਾਰਾਜ ਜੀ ਨੇ ਜ਼ਿਕਰ ਨਾ ਕੀਤਾ ਹੋਵੇ। ਹਰ ਸ਼ਬਦ ਵਿੱਚ ਨਾਮ ਦੀ, ਪਰਮੇਸ਼ਰ ਦੀ, ਕਰਤੇ ਦੀ ਵਡਿਆਈ। ਇਹ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਘਰ ਦਾ ਸਾਧ ਸੰਗਤ ਜੀ ਸਿਧਾਂਤ ਹੈ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਕਰ ਰਹੇ ਹਨ, ਆਓ ਸਰਦਾ ਭਾਵਨਾ ਨਾਲ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ। ਸੋਠ ਮਹੱਲਾ ਪਹਿਲਾ। ਅਲਖ ਅਪਾਰ ਅਗੰਮ ਅਗੋਚਰ, ਨਾ ਤਿਸ ਕਾਲ ਨ ਕਰਮਾ। ਇਸ ਸ਼ਬਦ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅਕਾਲ ਪੁਰਖ ਵਾਹਿਗੁਰੂ ਦਾ ਜੋ ਨਿਰਗੁਣ ਸਰੂਪ ਹੈ ਉਸ ਦੀ ਮਹਿਮਾ ਕੀਤੀ। ਨਿਰਗੁਣ ਸਰੂਪ, ਸਰਗੁਣ ਸਰੂਪ ਪ੍ਰਮਾਤਮਾ ਕਿਸੇ ਕਾਰਜ ਕਰਕੇ, ਕਿਸੇ ਵਿਸ਼ੇਸ਼ ਕਾਰਨ ਕਰਕੇ ਲੈਂਦਾ। ਜਿਸ ਨਿਮਿਤ, ਜਿਸ ਕਾਰਨ ਕਰਕੇ ਪਰਮੇਸ਼ਰ ਨੇ ਸਰਗੁਣ ਹੋਣਾ ਹੁੰਦਾ, ਉਹ ਕਾਰਜ ਕਰਕੇ ਫਿਰ ਨਿਰਗੁਣ ਹੋ ਜਾਂਦਾ। ਸਰਗੁਣ ਸਰੂਪ ਲਈ ਕੋਈ ਨਾ ਕੋਈ ਕਾਰਨ ਹੁੰਦਾ, ਇਸ ਲਈ ਉਹ ਸਰਗੁਣ ਸਰੂਪ ਸਦਾ ਨਹੀਂ ਰਹਿਣਾ ਹੁੰਦਾ। ਜਦੋਂ ਉਹ ਕਾਰਨ ਪੂਰਾ ਹੋ ਗਿਆ, ਕੰਮ ਪੂਰਾ ਹੋ ਗਿਆ, ਫਿਰ ਸਰਗੁਣ ਸਰੂਪ ਅਲੋਪ ਹੈ। ਪਰ ਨਿਰਗੁਣ ਸਰੂਪ ਤਾਂ ਸਦਾ ਹੀ ਰਹਿਣਾ। ਨਿਰਗੁਣ ਸਰੂਪ ਦੀ ਸੱਚੇ ਪਾਤਸ਼ਾਹ ਜੀ ਨੇ ਇੱਥੇ ਮਹਾਨਤਾ ਕਥਨ ਕੀਤੀ। ਅਲਖ ਅਪਾਰ ਅਗੰਮ ਅਗੋਚਰ। ਉਹ ਨਿਰਗੁਣ ਸਰੂਪ ਅਕਾਲ ਪੁਰਖ ਵਾਹਿਗੁਰੂ ਲਖਣ ਤੋਂ ਪਰੇ ਹੈ। ਅਲਖ ਉਹਨੂੰ ਕਹਿੰਦੇ ਨੇ ਜਿਹਨੂੰ ਆਪਣੀ ਬੁੱਧੀ ਕਰਕੇ ਨਾ ਜਾਣਿਆ ਜਾਵੇ। ਅਲਖ ਅਪਾਰ, ਫਿਰ ਉਹਦਾ ਪਾਰਾਵਾਰ ਨਹੀਂ ਪਾ ਸਕਦੇ, ਪਾਰਾਵਾਰ ਤੋਂ ਪਰੇ ਹੈ। ਅਗੰਮ, ਮਨ ਕਰਕੇ ਉਹਦੇ ਤੱਕ ਰਗਮਤਾ ਨਹੀਂ ਹੈਗੀ, ਸਾਡੀ ਪਹੁੰਚ ਨਹੀਂ। ਅਗੋਚਰ, ਇੰਦਰੀਆਂ ਦਾ ਵਿਸ਼ਾ ਵੀ ਨਹੀਂ ਹੋਇਆ, ਅੱਖਾਂ ਕਰਕੇ ਉਹ ਨਹੀਂ ਆਪਾਂ ਦੇਖ ਸਕਦੇ ਕਿਉਂਕਿ ਨਿਰਗੁਣ ਹੈ ਨਾ। ਅਲਖ ਅਪਾਰ ਅਗੰਮ ਅਗੋਚਰ, ਨਾ ਤਿਸ ਕਾਲ ਨਾ ਕਰਮਾ। ਕਹਿੰਦੇ ਉਹਨੂੰ ਸਮਾਂ ਵੀ ਸਾਧ ਸੰਗਤ ਜੀ ਕੁਝ ਨਹੀਂ ਜੇ ਕਰ ਸਕਦਾ। ਜਿਹੜੇ ਤਿੰਨੇ ਸਮੇਂ ਨਾ, ਤਰਾਈ ਕਾਲ ਆਬਾਦ ਸਰੂਪ ਤਾਂ ਹੀ ਪ੍ਰਮਾਤਮਾ ਨੂੰ ਕਹਿੰਦੇ ਕਿਉਂਕਿ ਤਿੰਨੇ ਸਮੇਂ ਉਸ ਵਿੱਚ ਹੈ ਨਹੀਂ। ਜਿਹੜਾ ਲੰਘ ਚੁੱਕਾ ਸੀ, ਭੂਤਕਾਲ, ਜੋ ਚੱਲ ਰਿਹਾ ਵਰਤਮਾਨ, ਜਿਹੜਾ ਆਉਣ ਵਾਲਾ ਭਵਿੱਖਤ ਜਿਹਨੂੰ ਕਹਿੰਦੇ ਭਵਿੱਖ ਕਾਲ, ਇਹ ਤਿੰਨੇ ਸਮੇਂ ਪ੍ਰਮਾਤਮਾ ਦੇ ਨਿਰਗੁਣ ਸਰੂਪ 'ਚ ਨਹੀਂ ਹੈਗੇ। ਸੰਸਾਰ ਇਹਨਾਂ ਤਿੰਨਾਂ ਸਮਿਆਂ ਕਰਕੇ ਹੈ ਕਿਉਂਕਿ ਸੰਸਾਰ ਸਮੇਂ 'ਚ ਹੈ। ਅਕਾਲ ਪੁਰਖ ਵਾਹਿਗੁਰੂ ਦਾ ਨਿਰਗੁਣ ਸਰੂਪ ਇਹਨਾਂ ਤਿੰਨਾਂ ਸਮਿਆਂ ਤੋਂ ਰਹਿਤ ਹੈ। ਇਸੇ ਕਰਕੇ ਸਮਾਂ ਪ੍ਰਮਾਤਮਾ ਨੂੰ ਨਾ ਪੁਰਾਣਾ ਕਰ ਸਕਦਾ, ਨਾ ਖਤਮ ਕਰ ਸਕਦਾ।
ਅਲਖ ਅਪਾਰ ਅਗੰਮ ਗੋਚਰ ਨਾ ਤਿਸ ਕਾਲ ਨਾ ਕਰਮਾ। ਫਿਰ ਸਾਧ ਸੰਗਤ ਜੀ ਉਹ ਕਰਮ ਕੋਈ ਨਹੀਂ ਕਰਦਾ। ਕਿਉਂਕਿ ਸਰੀਰ ਨਹੀਂ ਹੈਗਾ। ਸਰੀਰ ਧਾਰਨ ਕਰਕੇ ਕੋਈ ਕਰਮ ਨਾ ਕਰਨ ਕਰਕੇ ਕਾਲ ਦਾ ਉਹਦੇ ਤੇ ਅਸਰ ਨਹੀਂ। ਕਿਉਂਕਿ ਕਾਲ ਸਿਰਫ ਸਰੀਰ ਨੂੰ ਹੀ ਸਾਧ ਸੰਗਤ ਜੀ ਖਤਮ ਕਰ ਸਕਦਾ। ਕਾਲ ਦਾ, ਸਮੇਂ ਦਾ, ਮੌਤ ਦਾ ਸਰੀਰ ਤੇ ਅਸਰ ਹੁੰਦਾ, ਨਿਰਗੁਣ ਸਰੂਪ ਤੇ ਨਹੀਂ। ਅਲਖ ਅਪਾਰ ਅਗੰਮ ਅਗੋਚਰ, ਉਹ ਜਿਹੜਾ ਲਖਣ ਤੋਂ ਰਹਿਤ, ਸਾਡੇ ਮਨ ਬੁੱਧੀ ਦੀ ਪਕੜ ਤੋਂ ਪਰੇ, ਜਿਸ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਜਿਸ ਨੂੰ ਅੱਖਾਂ ਨਾਲ ਆਪਾਂ ਦੇਖ ਵੀ ਨਹੀਂ ਸਕਦੇ, ਉਸ ਨੂੰ ਨਾ ਸਾਧ ਸੰਗਤ ਦੀ ਕੋਈ ਕਰਮਗਤੀ ਭੋਗਣੀ ਪੈਂਦੀ, ਨਾ ਉਸ ਉੱਤੇ ਕਾਲ ਦਾ ਹੀ ਕੋਈ ਅਸਰ ਹੈ। ਇਹ ਨਿਰਗੁਣ ਸਰੂਪ ਅਕਾਲ ਪੁਰਖ ਵਾਹਿਗੁਰੂ ਦੇ ਨਿਰਗੁਣ ਸਰੂਪ ਦੀ ਤਸਵੀਰ ਹੈ, ਤੁਸੀਂ ਸਮਝ ਲਓ। ਖਾਕਾ ਚਿਤਵਿਆ ਮਹਾਰਾਜ ਜੀ ਨੇ। ਜਾਤ ਅਜਾਤ ਅਜੋਨੀ ਸੰਭੋ ਨਾ ਤਿਸ ਭਾਉ ਨਾ ਭਰਮ। ਜਾਤ ਅਜਾਤ, ਜਾਤ ਉੱਚੀ ਜਾਤ ਨੂੰ ਕਹਿੰਦੇ, ਅਜਾਤ ਨੀਵੀਂ ਜਾਤ ਨੂੰ ਕਹਿੰਦੇ। ਨਾ ਪ੍ਰਮਾਤਮਾ ਦੀ ਕੋਈ ਉੱਚੀ ਜਾਤ ਹੈ, ਨਾ ਉਹਦੀ ਕੋਈ ਨੀਵੀਂ ਜਾਤ ਹੈ, ਭਾਵ ਕੋਈ ਜਾਤੀ ਹੈਗੀ ਨਹੀਂ। ਜਾਤ ਅਜਾਤ ਅਜੋਨੀ, ਫਿਰ ਉਹ ਜੂਨੀਆਂ 'ਚ ਨਹੀਂ ਆਉਂਦਾ, ਜੂਨਾਂ ਤੋਂ ਰਹਿਤ। ਸੰਭਉ ਸੁਤੇ ਪ੍ਰਕਾਸ਼, ਆਪਣੇ ਆਪ ਤੋਂ ਆਪ ਹੀ ਬਣਿਆ, ਆਪ ਹੀ ਪ੍ਰਕਾਸ਼ਮਾਨ ਹੋਇਆ। ਨਾ ਤਿਸ ਭਾਉ ਨਾ ਭਰਮ, ਕਹਿੰਦੇ ਨਾ ਉਹਦੇ ਵਿੱਚ ਭਰਮ ਹੈ, ਨਾ ਉਹਦੇ ਵਿੱਚ ਸਾਧ ਸੰਗਤ ਜੀ ਕੋਈ ਪ੍ਰੇਮ ਵਰਗੀ, ਪ੍ਰੇਮ ਪ੍ਰਵਾਨ ਉਹ ਕਰਦਾ, ਪਰ ਆਪਣੇ ਉਹਦੇ ਵਿੱਚ ਕੋਈ ਮੋਹ, ਕੋਈ ਪ੍ਰੇਮ, ਕੋਈ ਭਰਮ, ਕੋਈ ਸ਼ੰਕਾ ਇਦਾਂ ਦਾ ਹੈਗਾ ਨਹੀਂ। ਸਾਚੇ ਸਚਿਆਰ ਵਿਟੋ ਕੁਰਬਾਨ, ਕਹਿੰਦੇ ਐਸੇ ਸਚਿਆਰ ਸਰੂਪ ਅਕਾਲ ਪੁਰਖ ਵਾਹਿਗੁਰੂ ਦੇ ਨਿਰਗੁਣ ਸਰੂਪ ਤੋਂ ਮੈਂ ਕੁਰਬਾਨ ਜਾਨਾ, ਬਲਹਾਰ ਜਾਨਾ, ਜਿਹਨੂੰ ਬੁੱਧੀ ਕਰਕੇ ਨਹੀਂ ਜਾਣਿਆ ਜਾ ਸਕਦਾ, ਮਨ ਕਰਕੇ ਉਹਦੇ ਤੱਕ ਪਹੁੰਚ ਨਹੀਂ ਹੈ। ਸਾਡੇ ਮਨ ਦੀ ਉਡਾਰੀ, ਮਨ ਦੀ ਕਲਪਨਾ ਵੀ ਨਹੀਂ ਉੱਥੋਂ ਤੱਕ ਪਹੁੰਚਦੀ, ਅੱਖਾਂ ਨਾਲ ਦੇਖਣ 'ਚ ਨਹੀਂ ਆਉਂਦਾ। ਕਹਿੰਦੇ ਸਮੇਂ ਦਾ ਉਹਦੇ 'ਤੇ ਅਸਰ ਕੋਈ ਨਹੀਂ, ਕੋਈ ਉੱਚੀ ਨੀਵੀਂ ਜਾਤ ਨਾਲ ਉਹਦਾ ਸੰਬੰਧ ਨਹੀਂ ਹੈਗਾ, ਜੂਨੀਆਂ 'ਚ ਉਹ ਨਹੀਂ ਆਉਂਦਾ, ਆਪਣੇ ਆਪ ਤੋਂ ਪ੍ਰਕਾਸ਼ਮਾਨ ਹੋਇਆ। ਐਸੇ ਅਕਾਲ ਪੁਰਖ ਵਾਹਿਗੁਰੂ ਦੇ ਨਿਰਗੁਣ ਸਰੂਪ ਤੋਂ ਅਸੀਂ ਕੁਰਬਾਨ ਜਾਣੇ। ਸਾਚੇ ਸਚਿਆਰ ਵਿਟੋ ਕੁਰਬਾਨ, ਨਾ ਤੇ ਸਰੂਪ ਵਰਨ ਨਹੀਂ ਰੇਖਿਆ, ਸੱਚ ਸ਼ਬਦ ਨਿਸ਼ਾਨ। ਕਹਿੰਦੇ ਉਹਦਾ ਕੋਈ ਰੂਪ ਨਹੀਂ ਹੈ। ਫਿਰ ਚਾਰਾਂ ਵਰਨਾਂ 'ਚ ਉਹਦਾ ਵਰਣ ਵੀ ਕੋਈ ਨਹੀਂ, ਨਿਰਗੁਣ ਸਰੂਪ ਪਰਮਾਤਮਾ ਦਾ। ਨਾ ਤੇ ਸਰੂਪ ਵਰਨ ਨਹੀਂ ਰੇਖਿਆ, ਨਾ ਕੋਈ ਉਹਦੀ ਰੇਖ ਹੀ ਹੈ। ਜਿਵੇਂ ਆਪਣੇ ਹੱਥਾਂ ਪੈਰਾਂ ਦੀਆਂ ਰੇਖਾਵਾਂ ਹੁੰਦੀਆਂ, ਆਪਣੇ ਫਿੰਗਰਪ੍ਰਿੰਟ ਤਾਂ ਹੀ ਲੈ ਜਾਂਦੇ, ਕਿਸੇ ਦੀ ਰੇਖਾ ਕਿਸੇ ਦੂਸਰੇ ਨਾਲ ਰਲਦੀ ਮਿਲਦੀ ਨਹੀਂ ਹੁੰਦੀ। ਕਹਿੰਦੇ ਪ੍ਰਮਾਤਮਾ ਦਾ ਕੋਈ ਆਕਾਰ ਨਾ ਹੋਣ ਕਰਕੇ ਨਾ ਉਹਦਾ ਕੋਈ ਰੂਪ ਹੈ, ਨਾ ਉਹਦੀਆਂ ਕੋਈ ਰੇਖਾਵਾਂ ਨੇ, ਨਾ ਉਹਦਾ ਕੋਈ ਵਰਨੀ ਹੈ। ਵਰਨ ਰੰਗ ਨੂੰ ਵੀ ਕਹਿੰਦੇ ਨੇ, ਤੇ ਵਰਨ ਚਾਰਾਂ ਵਰਨਾਂ ਨੂੰ ਵੀ ਕਹਿੰਦੇ। ਨਾ ਚਾਰਾਂ ਵਰਨਾਂ ਵਿੱਚੋਂ ਕਿਸੇ ਵਰਨ ਵਿੱਚ ਹੈ, ਨਾ ਉਹਦਾ ਕੋਈ ਵਿਸ਼ੇਸ਼ ਰੰਗ ਰੂਪ ਹੈ, ਨਾ ਉਹਦੇ ਹੱਥਾਂ ਪੈਰਾਂ ਦੀਆਂ ਰੇਖਾਵਾਂ ਹੀ ਨੇ। ਕਿਉਂਕਿ ਸਾਰੇ ਸ਼ਬਦ ਵਿੱਚ ਮਹਾਰਾਜ ਨਿਰਗੁਣ ਸਰੂਪ ਦੀ ਮਹਾਨਤਾ ਕਥਨ ਕਰਦੇ ਪਏ। ਉਹੀ ਜਦੋਂ ਸਰਗੁਣ ਸਰੂਪ ਲੈ ਕੇ ਆਵੇਗਾ ਕੋਈ ਖਾਸ ਕਾਰਜ ਕਰਨ ਵਾਸਤੇ, ਫਿਰ ਸਾਧ ਸੰਗਤ ਜੀ ਮਨ ਕਰਕੇ ਉਹਦੇ ਤੱਕ ਪਹੁੰਚ ਹੁੰਦੀ, ਅੱਖਾਂ ਦੇ ਦੇਖਣੇ ਯੋਗ ਵੀ ਹੋ ਜਾਂਦਾ, ਹੱਥਾਂ ਪੈਰਾਂ ਦੀਆਂ ਰੇਖਾਵਾਂ ਵੀ ਹੁੰਦੀਆਂ, ਕੋਈ ਰੂਪ ਵੀ ਉਹਨੂੰ ਧਾਰਨਾ ਪੈਂਦਾ, ਕੋਈ ਆਕਾਰ ਵੀ ਲੈਣਾ ਪੈਂਦਾ। ਪਰ ਉਹ ਸਿਰਫ ਸਰਗੁਣ ਸਰੂਪ ਵਿੱਚ, ਤੇ ਸਰਗੁਣ ਸਰੂਪ ਸਦਾ ਲਈ ਨਹੀਂ ਹੁੰਦਾ, ਉਹ ਕੁਝ ਸਮੇਂ ਲਈ। ਜਿਵੇਂ ਨਰਸਿੰਘ ਰੂਪ ਹੋ ਕੇ ਪ੍ਰਹਲਾਦ ਦੀ ਰੱਖਿਆ ਕੀਤੀ, ਹਿਰਨਾਕਸ਼ ਨੂੰ ਮਾਰਿਆ, ਉਹ ਕੁਝ ਸਮੇਂ ਦਾ ਹੀ ਕੰਮ ਸੀ। ਉਹ ਕੋਈ 2-4 ਮਹੀਨੇ 2-4 ਸਾਲ ਵਾਸਤੇ ਨਹੀਂ ਸੀ। ਬਸ ਉਹ ਜਿਸ ਕੰਮ ਲਈ ਥੋੜੀ ਦੇਰ ਲਈ ਸਰਗੁਣ ਸਰੂਪ ਧਾਰਨ ਕੀਤਾ, ਕਾਰਜ ਕੀਤਾ, ਫਿਰ ਅਲੋਪ। ਦਸੇ ਸਰੂਪ ਕੁਝ ਸਮੇਂ ਲਈ ਮਹਾਰਾਜ ਜੀ ਨੇ ਦਿਖਾਲੇ, 239 ਸਾਲ ਦਾ ਸਮਾਂ। ਉਹਦੇ ਤੋਂ ਬਾਅਦ ਫਿਰ ਉਹਨਾਂ ਨੇ ਨਿਰਗੁਣ ਵਿੱਚ ਹੀ ਸਾਧ ਸੰਗਤ ਜੀ ਆਪਣੀ ਅਭੇਦਤਾ ਕਰ ਦਿੱਤਾ। ਇੱਥੇ ਨਿਰਗੁਣ ਸਰੂਪ ਦਾ ਜ਼ਿਕਰ ਚੱਲਦਾ ਪਿਆ ਇਸ ਸ਼ਬਦ ਵਿੱਚ, ਜਿਹੜਾ ਸਦਾ ਰਹਿਣ ਵਾਲਾ। ਸਰਗੁਣ ਸਰੂਪ ਸਦਾ ਨਹੀਂ ਰਹਿਣਾ ਹੁੰਦਾ, ਉਹ ਤਾਂ ਕਿਸੇ ਖਾਸ ਕਾਰਜ ਵਾਸਤੇ ਆ, ਜਦੋਂ ਕਾਰਜ ਹੋ ਗਿਆ ਫਿਰ ਖਤਮ। ਇਸ ਲਈ ਉਸ ਸਰੂਪ ਵਿੱਚ ਕਹਿੰਦੇ ਨਾ ਤੇ ਸਰੂਪ ਵਰਨ ਨਹੀਂ ਰੇਖਿਆ, ਕੋਈ ਉਹਦਾ ਵਰਣ ਨਹੀਂ, ਕੋਈ ਰੂਪ ਨਹੀਂ, ਕੋਈ ਰੇਖਾਵਾਂ ਨਹੀਂ ਹੁੰਦੀਆਂ। ਨਿਰਗੁਣ ਸਰੂਪ 'ਚ ਪ੍ਰਮਾਤਮਾ ਦੇ ਕੋਈ ਚਿੰਨ੍ਹ ਚੱਕਰ ਨਹੀਂ ਹੁੰਦੇ। ਸਾਚਾ ਸ਼ਬਦ ਨਿਸ਼ਾਨ, ਫਿਰ ਕਹਿੰਦੇ ਵੀ ਉਹ ਪ੍ਰਗਟ ਕਿਵੇਂ ਹੋ ਸਕਦਾ? ਨਾ ਉਹਦਾ ਰੂਪ, ਨਾ ਰੰਗ, ਨਾ ਕੋਈ ਆਕਾਰ, ਨਾ ਕੋਈ ਉਹਦੀ ਸ਼ਕਲ, ਨਾ ਕੋਈ ਹੱਥਾਂ ਪੈਰਾਂ ਦੀਆਂ ਰੇਖਾਵਾਂ, ਨਾ ਕੋਈ ਉੱਚੀ ਨੀਵੀਂ ਜਾਤ। ਫਿਰ ਉਹਨੂੰ ਬੰਦਾ ਦੇਖੇ ਕਿਵੇਂ, ਪ੍ਰਗਟ ਕਿਵੇਂ ਕਰੇ, ਅਨੁਭਵ ਕਿਵੇਂ ਕਰੇ? ਤਾਂ ਮਹਾਰਾਜ ਦੇ ਬਚਨ ਕਹਿੰਦੇ ਸਾਚਾ ਸ਼ਬਦ ਨਿਸ਼ਾਨ, ਕਹਿੰਦੇ ਉਸ ਸੱਚੇ ਪ੍ਰਮਾਤਮਾ ਦੇ
ਦੇ ਸਰੂਪ ਨੂੰ ਪ੍ਰਗਟ ਕਰਨ ਲਈ ਗੁਰੂ ਦਾ ਸ਼ਬਦ ਸਹਾਈ ਹੈ। ਜੇ ਗੁਰੂ ਦਾ ਸ਼ਬਦ ਨਾ ਹੋਵੇ ਕਿਸੇ ਸੂਰਤ ਵਿੱਚ ਵੀ ਉਹਨੂੰ ਪ੍ਰਗਟ ਨਹੀਂ ਕੀਤਾ ਜਾ ਸਕਦਾ। ਇੱਕੋ ਹੀ ਇੱਕ ਵਿਧੀ ਹੈ ਕਿ ਗੁਰੂ ਦੇ ਦਿੱਤੇ ਹੋਏ ਸ਼ਬਦ ਦੀ ਕਮਾਈ ਕਰਕੇ ਉਸ ਨਿਰਗੁਣ ਸਰੂਪ ਨੂੰ ਵਰਨਾ ਚਿਹਨਾ ਤੇ ਰੂਪ ਰੰਗ ਤੋਂ ਰਹਿਤ ਪ੍ਰਮਾਤਮਾ ਨੂੰ ਦੇਖ ਸਕੀਦਾ, ਪ੍ਰਗਟ ਕਰ ਲਈਦਾ ਸਿਰਫ ਗੁਰੂ ਦੇ ਸ਼ਬਦ ਕਰਕੇ। ਕਹਿੰਦੇ ਮਹਾਰਾਜ ਦੇ ਦਿੱਤੇ ਹੋਏ ਸ਼ਬਦ ਕਰਕੇ ਗੁਰਮੁਖੋ ਉਹ ਹੀ ਪ੍ਰਮਾਤਮਾ ਜਿਹੜਾ ਨਿਰਗੁਣ ਹੈ, ਜਿਹਦਾ ਕੋਈ ਰੂਪ ਰੰਗ ਨਹੀਂ ਹੈਗਾ, ਉਹਨੂੰ ਕਿਸੇ ਨਾ ਕਿਸੇ ਰੂਪ ਰੰਗ ਵਿੱਚ ਤੱਕ ਲਈਦਾ, ਦੇਖ ਸਕੀਦਾ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਨਾ ਤਿਸ ਮਾਤ ਪਿਤਾ ਸੁਤ ਬੰਧਪ ਨਾ ਤਿਸ ਕਾਮਨਾ ਨਾਰੀ। ਕਹਿੰਦੇ ਪ੍ਰਮਾਤਮਾ ਦਾ ਕੋਈ ਮਾਤਾ ਪਿਤਾ ਨਹੀਂ। ਜਾਪ ਸਾਹਿਬ ਚ ਮਹਾਰਾਜ ਨੇ ਆਖਿਆ ਨਾ ਤਤ ਹੈ ਨਾ ਮਤ ਹੈ, ਨਾ ਜਤ ਹੈ ਨਾ ਪਤ ਹੈ, ਨਾ ਉਹਦਾ ਮਾਤਾ ਨਾ ਪਿਤਾ ਨਾ ਜਾਤ ਨਾ ਪਾਤ, ਕੁਛ ਨਹੀਂ। ਨਾ ਤਿਸ ਮਾਤ ਪਿਤਾ ਸੁਤ ਬੰਧਪ, ਨਾ ਉਹਦਾ ਮਾਤਾ ਪਿਤਾ, ਨਾ ਉਸਦੇ ਪੁੱਤਰ, ਨਾ ਸੰਬੰਧੀ, ਨਾ ਤਿਸ ਕਾਮ। ਕਹਿੰਦੇ ਉਹਦੇ ਵਿੱਚ ਕਾਮਨਾਵਾਂ ਵੀ ਨਹੀਂ ਹੁੰਦੀਆਂ, ਇੱਛਾ ਨਹੀਂ। ਜਿਵੇਂ ਆਪਾਂ ਨੂੰ ਇੱਛਾ ਫੁਰਦੀਆਂ ਫੁਰਨੇ ਨੇ, ਉਹ ਫੁਰਨਿਆਂ ਤੋਂ ਰਹਿਤ ਹੈ। ਨਾ ਤਿਸ ਮਾਤ ਪਿਤਾ ਸੁਤ ਬੰਧਪ ਨਾ ਤਿਸ ਕਾਮ ਨਾ ਨਾਰੀ, ਇਸਤਰੀ ਵੀ ਨਹੀਂ ਹੈ ਕਹਿੰਦੇ ਉਹਦੀ। ਅਕੁਲ ਨਿਰੰਜਨ ਅਪਰ ਪਰੰਪਰ, ਕੁਲ ਤੋਂ ਰਹਿਤ ਹੈ, ਕਿਸੇ ਖਾਨਦਾਨ ਕਿਸੇ ਕੁਲ ਵਿੱਚ ਪੈਦਾ ਨਹੀਂ ਹੋਇਆ। ਨਿਰੰਜਨ ਨਿਰਅੰਜਨ, ਮਾਇਆ ਦੀ ਕਾਲਖ ਤੋਂ ਪਰੇ ਹੈ। ਅਪਰ ਪਰੰਪਰ, ਜਿਹੜੇ ਉਹਨੇ ਦੇਵਤੇ ਆਦਿਕ ਪੈਦਾ ਕੀਤੇ ਉਵੇਂ ਬ੍ਰਹਮੇ ਨੂੰ ਕਹਿੰਦੇ ਇਹ। ਕਹਿੰਦੇ ਬ੍ਰਹਮੇ ਵਰਗਿਆਂ ਦੀ ਵੀ ਪਕੜ ਤੋਂ ਪਰੇ ਆ ਪ੍ਰਮਾਤਮਾ, ਪਾਰਾਵਾਰ ਤੋਂ ਪਰੇ, ਕਿਸੇ ਕੁਲ ਚ ਕਿਸੇ ਖਾਨਦਾਨ ਚ ਪੈਦਾ ਨਹੀਂ ਹੋਇਆ। ਇਸੇ ਕਰਕੇ ਸੰਭਵ ਉਹਨੂੰ ਕਹਿੰਦੇ ਸੈ ਭੰਗ ਸੁਤੇ ਪ੍ਰਕਾਸ਼ ਹੈ। ਮਾਤਾ ਪਿਤਾ ਤੋਂ ਨਹੀਂ, ਕਿਸੇ ਖਾਨਦਾਨ ਵਿੱਚ ਨਹੀਂ, ਕਿਸੇ ਉੱਚੀ ਨੀਵੀਂ ਜਾਤ ਵਿੱਚ ਨਹੀਂ, ਕੋਈ ਰੂਪ ਰੰਗ ਨਹੀਂ, ਕੋਈ ਉਹਦਾ ਚੇਨ ਚੱਕਰ ਨਹੀਂ। ਨਾ ਤਿਸ ਮਾਤ ਪਿਤਾ ਸੁਤ ਬੰਧਪ ਨਾ ਤਿਸ ਕਾਮਨਾ ਨਾਰੀ, ਅਕੁਲ ਨਿਰੰਜਨ ਅਪਰ ਪਰੰਪਰ ਸਗਲੀ ਜੋਤ ਤੁਮਾਰੀ। ਕਹਿੰਦੇ ਜੋਤ ਸਾਰਿਆਂ 'ਚ ਤੇਰੀ ਆ, ਪਰ ਫਿਰ ਵੀ ਤੂੰ ਕਿਸੇ ਕੁਲ 'ਚ ਨਹੀਂ, ਕਿਸੇ ਖਾਨਦਾਨ 'ਚ ਨਹੀਂ, ਮਾਇਆ ਦੇ ਰੰਗ ਤਮਾਸ਼ਾ ਤੋਂ ਤੂੰ ਪਰੇ ਆ। ਬ੍ਰਹਮੇ ਵਰਗੇ ਵੀ ਤੇਰਾ ਪਾਰਾਵਾਰ ਨਹੀਂ ਪਾ ਸਕਦੇ। ਹਾਲਾਂਕਿ ਬ੍ਰਹਮੇ ਨੂੰ ਸਭ ਤੋਂ ਵੱਡਾ ਗਿਆਨੀ ਸਾਧ ਸੰਗਤ ਜੀ ਮੰਨਦੇ। ਕਹਿੰਦੇ ਬਹੁਤ ਵੱਡੇ ਵਿਦਵਾਨਾਂ ਵਿੱਚ ਉਹਦੀ ਗਿਣਤੀ ਆਉਂਦੀ ਹੈ, ਬਹੁਤ ਵੱਡੇ ਵਿਦਵਾਨਾਂ 'ਚ। ਕਿਉਂਕਿ ਜਦੋਂ ਆਪਾਂ ਜੋ ਕੁਝ ਆਪਾਂ ਹੁਣ ਦੇਖਦੇ ਵਰਤਦੇ ਪਏ, ਜਦੋਂ ਇਹਨਾਂ ਚੀਜ਼ਾਂ ਦੀ ਪਿੱਛੇ ਨੂੰ ਜਾਂਦੇ ਨਾ ਖੋਜ ਕਰਨ ਲਈ ਵੀ ਆਈਆਂ ਕਿੱਥੋਂ, ਇਹ ਗੱਲ ਜਾ ਕੇ ਮੁੜ ਕੇ ਬ੍ਰਹਮੇ ਤੇ ਰੁਕਦੀ। ਆਹ ਜਿਹੜੀਆਂ ਸੰਗੀਤ ਦੀਆਂ 7 ਸੁਰਾਂ ਨੇ, 7 ਸੁਰਾਂ 'ਚ ਸਾਰਾ ਸੰਗੀਤ ਹੈ। ਇਹਨਾਂ 7 ਸੁਰਾਂ ਦੀ ਕਾਢ ਕਹਿੰਦੇ ਉਹਨੇ ਕੱਢੀ। 7 ਸੁਰਾਂ ਦੀ ਕਾਢ ਦਾ ਜਿਹੜਾ ਦਾਤਾ ਉਹ ਬ੍ਰਹਮਾ। ਜਿਹੜੇ 6 ਰੰਗ ਨੇ, 9 ਰੰਗ ਨੇ ਤੇ 6 ਰਸ ਨੇ। 6 ਰਸ ਆਪਾਂ ਨੂੰ ਕਿਹਨੇ ਦੱਸਿਆ ਵੀ ਦੁਨੀਆ ਤੇ ਰਸ ਸਿਰਫ 6 ਹੀ ਨੇ, 7ਵਾਂ ਹੈਗਾ ਨਹੀਂ। ਇਹ ਕਿੱਥੋਂ ਆਈ ਕਾਢ? ਇਹ ਉਹਨੇ ਕੱਢੀ। ਉਹਨੇ ਦੱਸਿਆ ਸੀ ਵੀ ਜ਼ੁਬਾਨ ਦੇ ਸਿਰਫ 6 ਹੀ ਰਸ ਹੁੰਦੇ ਗੁਰਮੁਖੋ। ਫਿੱਕਾ ਹੈ, ਮਿੱਠਾ ਹੈ, ਕਸਾਇਲਾ ਹੈ, ਲੂਣ ਵਾਲਾ ਹੈ, 7ਵਾਂ ਨਹੀਂ ਹੈਗਾ। 9 ਰਸ ਨੇ ਦੁਨੀਆ, 9 ਰੰਗ ਨੇ ਦੁਨੀਆ ਤੇ, 9, 10ਵਾਂ ਰੰਗ ਨਹੀਂ ਹੈਗਾ। ਇਹ ਕਿਹਨੇ ਦੱਸਿਆ ਵੀ ਰੰਗ ਸਿਰਫ 9 ਹੀ ਨੇ? ਬ੍ਰਹਮੇ ਨੇ। ਇਹ ਸਾਰੀ ਉਹਦੀ ਕਾਢ ਸੀ। ਹਾਂ ਉਵੇਂ ਸੈਂਕੜੇ ਰੰਗ ਨੇ, ਪਰ 2 ਰੰਗ ਮਿਲਾ ਕੇ ਤੀਸਰਾ ਬਣਦਾ। ਮੂਲ ਰੂਪ ਵਿੱਚ ਸਿਰਫ 9 ਹੀ ਹੈ, 10ਵਾਂ ਨਹੀਂ ਹੈਗਾ। ਜਿਵੇਂ ਰਸ ਸਿਰਫ 6 ਹੀ ਨੇ, ਪਰ ਅੱਗਿਓਂ 36 ਪ੍ਰਕਾਰ ਦਾ ਭੋਜਨ 6 ਰਸਾਂ ਤੋਂ ਬਣ ਜਾਂਦਾ। ਮੂਲ ਰੂਪ ਚ 6 ਹੀ ਨੇ, ਰੰਗ ਵੀ 9 ਹੀ ਹੈ। 2 ਰੰਗ ਮਿਲਾਵਾਂਗੇ ਤੀਜਾ ਬਣ ਜਾਏਗਾ, 3 ਇਕੱਠੇ ਕਰ ਦਿਆਂਗੇ ਤੇ ਕੋਈ ਹੋਰ ਸ਼ੇਡ ਬਣ ਜਾਂਦੀ, 4 ਮਿਲਾ ਦਾਂਗੇ ਕੁਝ ਹੋਰ ਬਣ ਜਾਂਦਾ। ਇਉਂ ਅੱਗੇ ਉਹਦੇ ਚ ਵਾਧਾ ਕਰਦੇ ਆ। ਮੂਲ ਰੂਪ ਚ ਸਿਰਫ 9, ਪਰ ਇਹ ਦੱਸਿਆ ਕਿੰਨੇ? ਕਹਿੰਦੇ ਸਾਰੀ ਕਾਢ ਬ੍ਰਹਮੇ ਦੀ ਹੈ। ਤੇ ਜਦੋਂ ਬ੍ਰਹਮੇ ਨੂੰ ਕਹਿੰਦੇ ਆ ਵੀ ਤੂੰ ਇੰਨਾ ਵੱਡਾ ਵਿਦਵਾਨ, ਇੰਨਾ ਗਿਆਨੀ ਹੈ, ਕੁਝ ਪਰਮਾਤਮਾ ਦੀ ਬਾਬਤ ਦੱਸ, ਤੇ ਉਹ ਕਹਿੰਦੇ ਨੇਤ ਨੇਤ ਕਥੰਤ ਵੇਦਾ। ਉਹਨਾਂ ਵੇਦਾਂ ਦਾ ਕਰਤਾ ਬ੍ਰਹਮਾ ਵੀ ਕਹਿੰਦਾ ਨਹੀਂ ਮੈਂ ਨਹੀਂ ਦੱਸ ਸਕਦਾ ਭਾਈ। ਨੇਤ ਦਾ ਅਰਥ ਹੁੰਦਾ ਨਹੀਂ। ਉਹ ਕਹਿੰਦਾ ਨਹੀਂ ਪਰਮਾਤਮਾ ਦੀ ਬਾਬਤ ਮੈਂ ਕੁਝ ਨਹੀਂ ਦੱਸ ਸਕਦਾ, ਉਹ ਮੇਰੀ ਪਹੁੰਚ ਤੋਂ ਪਰੇ ਹੈ।
इसलिए आख्या अकल अकुल निरंजन अपर परंपर। अपर परंपर का अर्थ है जिहड़ा ब्रह्मे की पकड़ तो भी परे है। एडा वड्डा विद्वान पुरुष भी ਉਹਦੇ वास्ते कुछ नहीं दस सकता। सगली जोत तुम्हारी, कहते सारिਆਂ ਵਿੱਚ जोत अकाल पुरख तेरी है। घट घट अंतर ब्रह्म लकाया, घट घट जोत सुबाई। कहते हरेक हिरदे ਵਿੱਚ ब्रह्म है पर गुप्त है, लुकिया होया। जोत हरेक हिरदे ਵਿੱਚ अकाल पुरख वाहिगुरु दी है, क्योंकि ਉਹਦੀ जोत तो बिना चल नहीं सकता शरीर, संसार ही नहीं चल सकता ਉਹਦੀ जोत तो बिना। परमात्मा की जोत तो बिना फलों च रस नहीं भर सकता, फुलों च खुशबू नहीं आ सकती। ਜਿਹੜੇ जड़ शरीर ने चेतन नहीं हो सकते कदे भी ਉਹਦੀ जोत तो बिना। ਉਹਦੀ जोत तो बिना सूरज नहीं प्रकाश सकता, चंद्रमा नहीं प्रकाश सकता। क्यों? 6 ज्योतियां बनिया ने ਜਿਹੜੀਆਂ अकाल पुरख वाहिगुरु तो प्रकाशमान ने। जो शरीर चों अपनी जोत खिंच लेंदा तो शरीर बस खत्म है। जब अपनी जोत खिंचे तो स्वामी तब कोई करो देखा उठिया ना। जो प्रकृति चों अपनी जोत खिंच लेंदा, ये सूरज ठंडा हो जाता, ये चंद्रमा मुड़ के अपना पराक्रम विखाल नहीं सकता। सारी प्रकृति उस वेले खत्म हो जाती जदों परमात्मा अपनी जोत खिंच लेंदा। इसलिए कहते सब थावां ते जोत तेरी है। घट घट अंतर ब्रह्म लकाया, घट घट जोत सुबाई। कहते सारे पासे जोत अकाल पुरख वाहिगुरु तेरी, हर हिरदे विच तू है पर गुप्त है। सतगुर सेव पदार्थ पावै, छूटै शब्द कमाई। हाँ, कहते सतगुरु जी की कोई सेवा करे गुरमुख, उस नूं इस गल की सोझी आ जाती कि वह निर्गुण स्वरूप में जिहड़ा अकाल पुरख वाहिगुरु है, असल में उसे दी ही जोत सारी प्रकृति च काम करती पई। निर्गुण तां कि इन्हें दिखाई नहीं दिंदा, जोत शरीर च है पर अज तक किसी डॉक्टर नूं लभी नहीं। डॉक्टर ने शरीर की खोज करके ये दस दिता भी तेरा दिल कित्थे है, तेरी किडनी कित्थे है, तेरा लीवर कित्थे है, तेरा ब्रेन कित्थे है, सब कुछ दस दिता। उन्हें ये नहीं दस्सिया भी शरीर में जोत कित्थे है, आत्मा का वासा शरीर च कित्थे सी, नहीं लभा उन्होंने। क्यों? क्योंकि गुप्त है। तू हिरदे गुप्त वसया दिन राती। कहते वसदा तो दिने रात हिरदे च, पर है गुप्त है, इस करके मिलिया नहीं किसी नूं, उन्होंने लभा नहीं, उन्होंने पहुंच तो परे। घट घट अंतर ब्रह्म लकाया, घट घट जोत सुबाई। बजर कपाट मुक्ते गुरमति, निर्भय ताड़ी लाई। कहते ने जिन्हां दी गुरमत गुरु का उपदेश लैके, जिन्हां ने उस अकाल पुरख वाहिगुरु जिहड़ा निर्भय है ਉਹਦੇ ਵਿੱਚ साध संगत जी अपनी बिरती टकाई। बजर कपाट मुक्ते, कहते ਜਿਹੜੇ 5 कोशां ਦੇ बड़े सख्त तख्ते बंद ने ना, ये खुल जाते, फिर मुक्त हो जाते। जिन्होंने आखा ना अनमय कोश, मनमय कोश, आनंदमय कोश, 5 कोश मन दे विद्वान, कहते इन्हां दे सख्त तख्ते बंद ने, इसे करके आपां नूं अंदर कुछ दिखाई नहीं दिंदा, वो जोत अनुभव नहीं हुंदी। कहते गुरु के शब्द द्वारा जिन्हां दी शब्द च लिव लगदी गुरमुखो, उन्हां दे खुल जांदे। बजर कपाट मुक्ते गुरमति, निर्भय ताड़ी लाई। ताड़ी उवें समाधि नूं कहंदे। जंत पाए काल सिरजंता, वासगत जुगत सुबाई। कहते तू ये सारे जंत पैदा करके इन्हां दे सिर ते काल रख दिता, क्योंकि सदीवी सिर्फ अकाल पुरख वाहिगुरु है। निर्गुण स्वरूप च, सरगुण स्वरूप च भी सदीवी नहीं, सिर्फ निर्गुण स्वरूप च परमात्मा सदा है। सरगुण स्वरूप विच परमात्मा भी सदा नहीं, मतलब सरगुण स्वरूप परमात्मा का भी सदा नहीं रहिंदा, बाकी किसी का तो रहना ही नहीं। होर किने? रावण वर्गे ने आख्या मेरा शरीर सदा रहे, पर रहा नहीं। हरनाक्ष ने यत्न किया मेरा शरीर सदा रहे, पर रहा नहीं। परमात्मा का अपना सरगुण स्वरूप धारण किया होया भी सदा नहीं रहिंदा, आखिर वो निर्गुण स्वरूप है वह जिहदे च उन्हें सदा ही रहना। इसलिए कहते जंत उपाए काल सिर जनता, सारे जंत पैदा करके उन्होंने सिर ते काल रख दिता, एक उम्र की लिमिट बना दी। वासगत जुगत सुबाई, कहते फिर सारे का रिजक तू अपने हाथ च रखे। रिजक सारे 4 खाणियां दे जीवां दा परमात्मा दे हाथ च, ते हरेक खाणी दे जीव दे रिजक साध संगत जी वखरे वखरे ने। एक मांसहारी, एक तृण खाहे, एक ना 36 अमृत पाहे, एक मिटिया में मिटिया खाहे, एक पौण समारी पौण समार। वखरे वखरे ने सारे। कुछ मांस खाण वाले जीव ने मांसाहारी,
ਉਹ ਸਿਰਫ ਮਾਸ ਹੀ ਖਾਣਗੇ, ਮਾਸ ਨਾ ਮਿਲਿਆ ਤੇ ਮਰ ਜਾਣਗੇ ਭੁੱਖੇ। ਇੱਕ ਤ੍ਰਿਣ ਖਾਣ ਵਾਲੇ ਨੇ, ਜਿਵੇਂ ਗਾਈਆਂ ਮੱਝਾਂ ਆਦਿ ਕਿ ਸਿਰਫ ਘਾਹ ਪੱਠਾ ਹੀ ਖਾਣਗੀਆਂ, ਮਾਸ ਕਦੇ ਨਾ ਖਾਣਗੇ। ਜਿਵੇਂ ਸ਼ੇਰ ਹੈ, ਇਹ ਮਾਸ ਹੀ ਖਾਵੇਗਾ, ਘਾਹ ਨਹੀਂ ਖਾਂਦਾ ਕਦੇ ਵੀ। ਉਹਨਾਂ ਦਾ ਰਿਜ਼ਕ ਹੋਰ ਬਣਾਇਆ, ਦੂਸਰਿਆਂ ਦਾ ਰਿਜ਼ਕ ਹੋਰ ਬਣਾਇਆ। ਇੱਕ ਮਿੱਟੀਆ ਮੈਂ ਮਿੱਟੀਆ ਖਾਹੇ, ਗੰਡੋਏ ਨੇ ਦੇਖੋ ਇਹਨਾਂ ਦਾ ਰਿਜ਼ਕ ਸਿਰਫ ਮਿੱਟੀ ਹੈ, ਹੋਰ ਕੁਝ ਨਹੀਂ ਖਾਣਾ ਹੁੰਦਾ ਉਹਨਾਂ ਨੇ, ਮਿੱਟੀ ਖਾਣੀ। ਉਹਨਾਂ ਦਾ ਉਹ ਰਿਜ਼ਕ ਬਣਾਇਆ ਪ੍ਰਮਾਤਮਾ ਨੇ। ਇਸ ਲਈ ਕਹਿੰਦੇ ਨੇ ਰਿਜ਼ਕ ਦੀ ਜਿਹੜੀ ਤਾਰ ਹੈ ਨਾ, ਉਹ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਹੱਥ 'ਚ ਰੱਖੀ। ਸਾਰੇ ਜੀਵਾਂ ਦੇ ਜੀਵ ਪੈਦਾ ਕੀਤੇ, ਫਿਰ ਉਹਨਾਂ ਦੇ ਮੱਥੇ ਤੇ ਮੌਤ ਦਾ ਲੇਖ ਲਿਖ ਦਿੱਤਾ, ਸਦਾ ਨਹੀਂ ਰਹਿ ਸਕਦੇ। ਫਿਰ ਉਹਨਾਂ ਦਾ ਰਿਜ਼ਕ ਪ੍ਰਮਾਤਮਾ ਨੇ ਆਪਣੇ ਹੱਥ 'ਚ ਰੱਖਿਆ। ਵਾਸਗਤ ਜੁਗਤ ਸੁਬਾਈ, ਸਾਰੀ ਜੁਗਤ ਜਿਹੜੀ ਰਿਜ਼ਕ ਦੀ ਹੈ ਨਾ, ਉਹ ਪ੍ਰਮਾਤਮਾ ਦੇ ਹੱਥ 'ਚ। ਸਭ ਜੀਵਾਂ ਦਾ ਰਿਜ਼ਕ ਪ੍ਰਮਾਤਮਾ ਨੇ ਪੈਦਾ ਕੀਤਾ। ਹਾਂ, ਇਹ ਜ਼ਰੂਰ ਗੁਰਮੁਖ ਨਿਰਣਾ ਕਰਕੇ ਕਹਿੰਦੇ ਨੇ ਵੀ ਰਿਜ਼ਕ ਪਰਮਾਤਮਾ ਨੇ ਪੈਦਾ ਕਰ ਦਿੱਤਾ ਹੈ, ਪਰ ਰਿਜ਼ਕ ਤੱਕ ਪਹੁੰਚ ਕਰਨ ਲਈ ਖੇਚਲ ਜੀਵ ਨੂੰ ਕਰਨੀ ਪੈਂਦੀ। ਰਿਜ਼ਕ ਤੱਕ ਪਹੁੰਚਣ ਵਾਸਤੇ ਮੰਨ ਲਓ ਆਪਣੇ ਸਾਹਮਣੇ ਦੁੱਧ ਦਾ ਬਾਟਾ ਭਰਿਆ ਹੋਵੇ ਤਾਂ ਮੂੰਹ ਨੂੰ ਆਪਾਂ ਨੂੰ ਹੀ ਚੱਕ ਕੇ ਲਾਉਣਾ ਪੈਣਾ। ਰਿਜ਼ਕ ਸਾਡਾ ਉਹਨੇ ਸਾਡੇ ਸਾਹਮਣੇ ਰੱਖ ਦਿੱਤਾ, ਪਰ ਫੜ ਕੇ ਮੂੰਹ ਤੱਕ ਤਾਂ ਆਪਾਂ ਨੂੰ ਲੈ ਕੇ ਜਾਣਾ ਪਵੇਗਾ ਨਾ। ਇਸ ਲਈ ਆਖਿਆ ਤੂੰ ਕਰਮ ਕਰਨ ਲਈ ਆਜ਼ਾਦ ਹੈ, ਤੈਨੂੰ ਕੁਝ ਕਰਮ ਕਰਨੇ ਪੈਣਗੇ, ਪਰ ਰਿਜ਼ਕ ਤੇਰੇ ਹੱਥ 'ਚ ਨਹੀਂ, ਰਿਜ਼ਕ ਪਰਮਾਤਮਾ ਦੇ ਹੱਥ 'ਚ ਸਾਰੇ ਜੀਵਾਂ ਦਾ। ਸਿਰਫ ਰਿਜ਼ਕ ਤੱਕ ਪਹੁੰਚਣ ਲਈ ਉਹਨੂੰ ਖੇਚਲ ਕਰਨੀ ਪੈਂਦੀ, ਜਿਹਨੂੰ ਆਪਾਂ ਕਹਿੰਦੇ ਧਰਮ ਦੀ ਕਿਰਤ। ਧਰਮ ਦੀ ਕਿਰਤ ਤਾਂ ਕਰਨੀ ਹੈ ਜੋ ਰਿਜ਼ਕ ਸਾਡਾ ਪ੍ਰਮਾਤਮਾ ਨੇ ਬਣਾਇਆ ਉਹਦੇ ਤੱਕ ਪਹੁੰਚ ਸਕੀਏ। ਬਣਾਉਣਾ ਨਹੀਂ, ਆਪਾਂ ਬਣਾਇਆ ਉਸੇ ਨੇ ਹੈ, ਬਣਾ ਦਿੱਤਾ ਉਹਨੇ। ਧਰਤੀ ਦੇਗ ਮਿਲਿਆ ਕਵੇਰਾ, ਭਾਗ ਤੇਰਾ ਭੰਡਾਰੀ। ਐਸੀ ਕਹਿੰਦੇ ਧਰਤੀ ਉਹਨੇ ਇੱਕ ਦੇਗ ਬਣਾ ਦਿੱਤੀ ਜਿਸ ਵਿੱਚੋਂ ਰਿਜ਼ਕ ਮੁੱਕਦਾ ਹੀ ਨਹੀਂ ਪਿਆ। ਧਰਤੀ ਚੋਂ ਹੀ ਨਿਕਲ ਰਿਹਾ ਸਾਰੇ ਜੀਵਾਂ ਦਾ ਰਿਜ਼ਕ। ਸਭ ਤਰ੍ਹਾਂ ਦੇ ਪਦਾਰਥ ਧਰਤੀ ਚੋਂ ਨਿਕਲ ਰਹੇ ਨੇ, ਬਣਾਏ ਨੇ ਪ੍ਰਮਾਤਮਾ ਨੇ। ਰਿਜ਼ਕ ਬਣਾ ਦਿੱਤਾ, ਪਰ ਉਹਨੂੰ ਪ੍ਰਾਪਤ ਕਰਨ ਲਈ ਧਰਮ ਦੀ ਕਿਰਤ ਕਰਨੀ ਪੈਂਦੀ। ਇਸ ਲਈ ਮਹਾਰਾਜ ਨੇ ਆਖਿਆ ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ। ਉਵੇਂ ਰਿਜ਼ਕ ਦੀ ਡੋਰ ਪ੍ਰਮਾਤਮਾ ਦੇ ਹੱਥ 'ਚ, ਅਕਾਲ ਪੁਰਖ ਵਾਹਿਗੁਰੂ ਦੇ ਹੱਥ 'ਚ। ਇਹਨੂੰ ਭਗਤ ਧੰਨਾ ਜੀ ਨੇ ਆਖਿਆ ਨਾ, ਭਾਈ ਤੂੰ ਕਾਹਤੇ ਡਰਦਾ, ਜਿਹੜਾ ਕਛੂਕੁੰਮੀ ਦੇ ਬੱਚਿਆਂ ਨੂੰ ਪਾਲੀ ਜਾਂਦਾ, ਜਿਹੜਾ ਪੱਥਰ 'ਚ ਕੀੜੇ ਨੂੰ ਰਿਜ਼ਕ ਦੇ ਰਿਹਾ, ਤੈਨੂੰ ਵੀ ਦੇਵੇਗਾ। ਕੁੰਮੀ ਜਲ ਮਾਹੇ ਤਨ ਤਿਸ ਬਾਹਰ, ਪੰਖ ਖੀਰ ਤਿਨ ਨਾਹੀ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ। ਪਾਖਣ ਕੀਟ ਗੁਪਤ ਹੋਏ ਰਹਤਾ ਤਾਂ ਚੋ ਮਾਰਗ ਨਾਹੀ। ਕਮਾਲ ਦੀ ਗੱਲ ਹੈ, ਭਗਤ ਧੰਨਾ ਜੀ ਕਹਿੰਦੇ ਪੱਥਰ 'ਚ ਕੀੜਾ ਪੈਦਾ ਕੀਤਾ ਤੇ ਮਾਰਗ ਹੈਗਾ ਹੀ ਨਹੀਂ। ਨਾ ਰਿਜ਼ਕ ਜਾ ਸਕਦਾ ਉਹਦੇ ਤੱਕ ਬਾਹਰੋਂ, ਨਾ ਉਹ ਬਾਹਰ ਆ ਕੇ ਖਾ ਸਕਦਾ ਕੁਝ, ਕਿਉਂਕਿ ਰਸਤਾ ਨਹੀਂ ਹੈਗਾ। ਪਾਖਣ ਕੀਟ ਗੁਪਤ ਹੋਏ ਰਹੇ, ਤਾਂ ਕਹਿੰਦੇ ਪੱਥਰ ਵਿੱਚ ਕੀੜਾ ਪੈਦਾ ਕੀਤਾ ਤੇ ਗੁਪਤ ਹੈ, ਬਾਹਰ ਨਹੀਂ ਆ ਸਕਦਾ ਉਹ। ਤਾਂ ਜੋ ਮਾਰਗ ਨਾ ਹੀ ਕਹੇ ਧੰਨਾ ਪੂਰਨ ਤਾਹੂ ਕੋ ਮਾਤਰੇ ਜੀ ਡਰਾਹੀ। ਧੰਨਾ ਭਗਤ ਧੰਨਾ ਜੀ ਕਹਿੰਦੇ ਤੂੰ ਕੋ ਡਰੀ ਜਾਣਾ, ਉਹਨੇ ਤੇ ਗੁਪਤ ਕੀੜੇ ਪੈਦਾ ਕਰਕੇ ਉਹਨਾਂ ਦਾ ਵੀ ਰਿਜ਼ਕ ਦਾ ਪ੍ਰਬੰਧ ਕੀਤਾ ਹੋਇਆ। ਤੈਨੂੰ ਸਿਰਫ ਰਿਜ਼ਕ ਤੱਕ ਖੇਚਲ ਕਰਨੀ ਪੈਣੀ, ਉਹ ਵੀ ਸਿਰਫ ਮਨੁੱਖ ਨੂੰ। ਬਹੁਤ ਸਾਰੇ ਜੀਵਾਂ ਦਾ ਰਿਜ਼ਕ ਪ੍ਰਮਾਤਮਾ ਨੇ ਆਪ ਉਹਨਾਂ ਤੱਕ ਰੱਪੜਦਾ ਕੀਤਾ ਹੁੰਦਾ, ਪਰ ਮਾਨਸ ਨੂੰ ਆਪਣੇ ਰਿਜ਼ਕ ਤੱਕ ਆਪ ਆਪੜਨਾ ਪੈਂਦਾ ਖੇਚਲ ਕਰਕੇ, ਜਿਹਨੂੰ ਆਪਾਂ ਧਰਮ ਦੀ ਕਿਰਤ ਕਹਿੰਦੇ ਆ। ਬਣਾਇਆ ਪ੍ਰਮਾਤਮਾ ਨੇ ਹੈ ਸਾਰਿਆਂ ਦਾ, ਪੈਦਾ ਉਹਦਾ ਹੀ ਕੀਤਾ ਹੋਇਆ। ਇਸ ਲਈ ਕਹਿੰਦੇ ਵਾਸਗਤ ਜੁਗਤ ਸੁਭਾਈ, ਰਿਜ਼ਕ ਦੀ ਸਾਰੀ ਜੁਗਤ ਪ੍ਰਮਾਤਮਾ ਨੇ ਆਪਣੇ ਹੱਥ 'ਚ ਰੱਖੀ। ਸਤਿਗੁਰ ਸੇ ਪਦਾਰਥ ਪਾਵੈ ਛੂਟੈ ਸ਼ਬਦ ਕਮਾਈ। ਸਤਿਗੁਰੂ ਦੀ ਸੇਵਾ ਕੀਤਿਆਂ ਕਹਿੰਦੇ ਚਾਰੇ ਪਦਾਰਥਾਂ ਦੀ ਪ੍ਰਾਪਤੀ ਹੋ ਜਾਂਦੀ ਗੁਰਮੁਖੋ। ਚਾਰੇ ਪਦਾਰਥ, ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾਂ ਕੀ ਸੇਵਾ ਲੱਗ। ਕਹਿੰਦੇ ਗੁਰਮੁਖਾਂ ਦੀ ਸੇਵਾ 'ਚੋਂ ਚਾਰ ਪਦਾਰਥ ਪ੍ਰਾਪਤ ਹੁੰਦੇ। ਸਤਿਗੁਰ ਸੇ ਪਦਾਰਥ ਪਾਵੈ ਛੂਟੈ ਸ਼ਬਦ ਕਮਾਈ। ਸ਼ਬਦ ਦੀ ਕਮਾਈ ਕੀਤਿਆਂ ਕਹਿੰਦੇ ਗੁਰਮੁਖੋ ਛੁਟਕਾਰਾ ਹੋ ਜਾਂਦਾ ਬੰਧਨਾਂ ਤੋਂ। ਕਈਆਂ ਯੁੱਗਾਂ ਦਾ ਇਹ ਜਿਹੜਾ ਗਲ ਪਿਆ ਹੁੰਦਾ ਨਾ ਆਪਣੇ ਮਰਨ ਜੰਮਣ ਵਾਲਾ ਸਿਆਪਾ ਜਿਹਾ, ਮਹਾਰਾਜ ਕਹਿੰਦੇ ਇਹ ਮੁੱਕ ਜਾਂਦਾ ਗੁਰਮੁਖੋ, ਪਰ ਸ਼ਬਦ ਦੀ ਕਮਾਈ ਕੀਤਿਆਂ। ਜਿਹੜਾ ਫਾਹਾ ਗਲ ਪਿਆ ਨਾ, ਅੱਜ ਦਾ ਨਹੀਂ, ਪਤਾ ਨਹੀਂ ਕਿੰਨੀ ਵਾਰ ਆਪਾਂ ਜਨਮ ਲੈ ਚੁੱਕੇ। ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕਿੰਨੀ ਵਾਰੀ ਕੀ ਬਣੇ, ਕਿੰਨੀ ਵਾਰੀ ਕੀ ਬਣੇ। ਕਹਿੰਦੇ ਗੁਰਮੁਖੋ ਛੁਟਕਾਰਾ ਹੋ ਜਾਂਦਾ, ਪਰ ਗੁਰੂ ਦੇ ਸ਼ਬਦ ਦੀ ਕਮਾਈ ਕੀਤਿਆਂ।
ਛੂਟੈ ਸ਼ਬਦ ਕਮਾਈ। ਕਮਾਈ ਕਹਿੰਦੇ ਨੇ ਜਮਾ ਪੂੰਜੀ ਨੂੰ। ਕਰਨਾ ਤੇ ਕਮਾਉਣਾ ਦੋ ਚੀਜ਼ਾਂ ਨੇ। ਕਿਰਤ ਕਰਨੀ, ਆਪਾਂ ਕਹਿੰਦੇ ਬਈ ਬੜੀ ਕਮਾਈ ਕਰਦਾ ਪਿਆ ਫਲਾਣਾ। ਅਸਲ ਵਿੱਚ ਕਮਾਈ ਕਹਿੰਦੇ ਜੋ ਜਮਾ ਹੋ ਜੇ ਉਹਨੂੰ। ਕਿਰਤ ਕਰੀ ਜਾਣੀ ਫਿਰ ਵੇਖਣਾ ਵੀ ਜਮਾ ਕੀ ਕੀਤਾ, ਉਹਨੂੰ ਕਮਾਈ ਆਖਿਆ ਜਾਂਦਾ। ਵੀ ਉਹਨਾਂ ਦੇ ਕੋਲ ਜਿਹੜਾ ਬਚਿਆ ਪੱਲੇ ਉਹ ਕੀ ਸੀ, ਉਹਨੂੰ ਕਮਾਇਆ ਹੋਇਆ ਆਖਿਆ ਜਾਂਦਾ। ਅਰਦਾਸ 'ਚ ਆਪਾਂ ਕਹਿੰਦੇ ਨਾ, ਜਿੰਨਾ ਨਾਮ ਜਪਿਆ ਵੰਡ ਕੇ ਛਕਿਆ, ਦੇਖ ਚਲਾਈ ਤੇ ਅਗਵਾਹੀ ਦੇਖ ਕੇ ਅੰਡਿਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਕਮਾਈ ਦਾ ਅਰਥ ਵੀ ਉਹਨਾਂ ਦੇ ਪੱਲੇ ਸੀ ਉਹ ਜੋ ਕੁਝ ਉਹਨਾਂ ਨੇ ਦੇਗ ਚਲਾਈ, ਤੇਗ ਵਾਹੀ, ਇਹ ਸਾਰਾ ਪੁੰਨ ਫਲ ਉਹਨਾਂ ਨੇ ਪੱਲੇ ਬੱਧਾ ਆਪਣੇ। ਉਹਨਾਂ ਦੇ ਕੋਲ ਸੀ ਇਹ ਸਾਰਾ ਕੁਝ ਉਹਨਾਂ ਜਮ੍ਹਾਂ ਕਰ ਲਿਆ ਸੀ, ਇਹਨਾਂ ਪਰਉਪਕਾਰ, ਉਹ ਉਹਨਾਂ ਦੀ ਕਮਾਈ ਸੀ। ਸ਼ਬਦ ਦੀ ਕਮਾਈ ਕਰਨੀ ਪੈਂਦੀ। ਮੰਨ ਲਓ ਆਪਾਂ ਅੱਜ ਹੀ ਜਪਣਾ ਕੀਤਾ ਸ਼ੁਰੂ, ਅੱਜ ਆਪਾਂ ਸ਼ੁਰੂ ਕੀਤਾ ਹੈ, ਅਜੇ ਆਪਾਂ ਕਰਦੇ ਆਂ। ਅੱਜ ਹੀ ਸ਼ਾਮ ਨੂੰ ਆਪਾਂ ਕਹਿ ਨਹੀਂ ਸਕਦੇ ਵੀ ਕਮਾਈ ਵੀ ਕਰ ਲਈ। ਸਾਲ 2 ਸਾਲ 4 ਸਾਲ ਜਦੋਂ ਚੱਲੀ ਜਾਵੇਗਾ ਨਾ ਕੰਮ, ਫੇਰ ਆਪਾਂ ਕਹਿੰਦੇ ਵੀ ਹਾਂ ਇਹਨੇ ਕੁਝ ਕਮਾਇਆ ਬਾਈ। ਘਾਲਣਾ ਘਾਲੀ ਹੈ, ਪਰ ਹੁਣ ਇਹਨੇ ਕੁਝ ਕਮਾ ਲਿਆ ਹੈ, ਹੁਣ ਇਹਦੇ ਕੁਝ ਜਮਾ ਹੋ ਗਿਆ। ਸ਼ਬਦ ਦੀ ਤਾਂ ਕਰਕੇ ਕਹਿੰਦੇ ਨੇ ਛੂਟੈ ਸ਼ਬਦ ਕਮਾਈ। ਸ਼ਬਦ ਦੀ ਕਮਾਈ ਕਰਨੀ ਪੈਂਦੀ, ਉਸ ਸ਼ਬਦ ਦਾ ਅਭਿਆਸ ਕਰਨਾ ਪੈਂਦਾ। ਸਾਲ 2 ਸਾਲ 4 ਸਾਲ 10 ਸਾਲ ਜਿੰਨੀ ਕਿਸੇ ਨੂੰ ਸਮਰੱਥਾ ਤੇ ਉਮਰ ਦਿੱਤੀ ਮਹਾਰਾਜ ਨੇ, ਫਿਰ ਉਹਦੀ ਕਹਿੰਦੇ ਕਮਾਈ ਕਰਕੇ ਕੁਝ ਪੱਲੇ ਬੰਨ ਪਾਏ। ਉਸ ਸ਼ਬਦ ਦੀ ਕਮਾਈ ਕਰ। ਕਮਾਈ ਕਿਹਨੂੰ ਕਹਿੰਦੇ ਆ? ਮੇਰੇ ਪਿੰਡ 52 ਸਾਲ ਗ੍ਰੰਥੀ ਸਿੰਘ ਗੁਰਮੁਖ ਪਿਆਰਿਆਂ ਨੇ ਡਿਊਟੀ ਕੀਤੀ, ਸਾਰੀ ਉਮਰ ਪਿੰਡ ਕੱਢੀ, ਸਾਰੀ ਉਮਰ। ਉਹਨਾਂ ਦੇ ਬੱਚਿਆਂ ਨੇ ਬੜਾ ਜ਼ੋਰ ਲਾਇਆ ਵੀ ਤੁਸੀਂ ਸਾਡੇ ਕੋਲ ਆ ਜਾਓ। ਉਹਨਾਂ ਦੇ ਬੱਚੇ ਪੜ੍ਹ ਲਿਖ ਗਏ ਸੀ, ਇੱਕ ਬੈਂਕ 'ਚ ਮੈਨੇਜਰ ਲੱਗ ਗਿਆ, ਇੱਕ ਟੀਚਰ ਲੱਗ ਗਿਆ ਸੀ। ਉਹਨਾਂ ਆਖਿਆ ਛੱਡੋ ਜੀ ਤੁਸੀਂ ਹੁਣ, ਪਰ ਉਹ ਗਏ ਨਹੀਂ। ਉਹ ਕਹਿੰਦੇ ਨਹੀਂ, ਮੈਂ ਇਸ ਪਿੰਡ ਵਿੱਚ ਹੀ ਰਹਿਣਾ। ਉੱਥੇ ਹੀ ਉਹਨਾਂ ਨੇ ਸਰੀਰ ਛੱਡਿਆ। ਤੇ ਉਹਨਾਂ ਦਾ ਮੈਂ ਇੱਕ ਕਰਮ ਦੇਖਿਆ ਸੀ, ਹਰ ਵੇਲੇ ਉਹ ਮੂਲ ਮੰਤਰੀ ਪੜ੍ਹਦੇ ਰਹਿੰਦੇ ਸੀ। ਤੇ ਉਹਨਾਂ ਦੇ ਜਿਹੜੇ ਘਰੋਂ ਸੀ ਬੀਬੀ ਜੀ ਕਹਿੰਦੇ ਸੀ ਉਹਨੂੰ, ਸਾਰੇ ਜਾਣ, ਸਾਰਾ ਪਿੰਡ ਹੀ ਬੀਬੀ ਜੀ ਕਹਿੰਦਾ ਸੀ। ਉਹਨਾਂ ਹਰ ਵੇਲੇ ਸੁਖਨੀ ਸਾਹਿਬ ਵੀ ਪੜ੍ਹੀ ਜਾਣਾ, ਸਾਰਾ ਦਿਨ ਬਾਹਰ ਗੁਰਦੁਆਰਾ ਸਾਹਿਬ ਤੇ ਪੀੜੀ ਤੇ ਬੈਠੇ ਰਹਿਣਾ। ਬਾਅਦ 'ਚ ਦਿਸਣੋਂ ਵੀ ਹਟ ਗਿਆ, ਪੈਰਾਂ ਦੇ ਖੜਾਕ ਤੋਂ ਪਛਾਣ ਲੈਂਦੇ ਸੀ ਕੌਣ ਆਇਆ, ਪਰ ਸੁਖਨੀ ਸਾਹਿਬ ਉਦਾਂ ਹੀ ਚੱਲਦਾ ਸੀ। ਤੇ ਉਹਨਾਂ ਦਾ ਮੂਲ ਮੰਤਰ ਚੱਲਦਾ ਰਹਿੰਦਾ ਸੀ। ਤੇ ਆਮ ਇਹ ਪਿੰਡ 'ਚ ਗੱਲ ਪ੍ਰਚਲਿਤ ਸੀ, ਜੇ ਕਿਸੇ ਦਾ ਬੱਚਾ ਰੋਣੋਂ ਨਹੀਂ ਅੜਦਾ ਤਾਂ ਉਹਨਾਂ ਕਹਿਣਾ ਜੋ ਬਾਬਾ ਜੀ ਕੋਲੋਂ ਨਾ ਇਹਨੂੰ ਫਾਂਡਾ ਕਰਾ ਲਿਆਓ। ਪਿੰਡ 'ਚ ਇਦਾਂ ਕਹਿੰਦੇ ਹੁੰਦੇ ਸੀ। ਕਹਿੰਦੇ ਜਾਓ ਹੱਥ ਹੌਲਾ ਕਰਾ ਲਿਆਓ, ਮਾੜਾ ਜਿਹਾ ਹਥੌਲਾ ਜਿਹਨੂੰ ਕਹਿੰਦੇ। ਤੇ ਉਹਨਾਂ ਨੇ ਜੇ ਕਿਸੇ ਦੀ ਮੱਝ ਨਹੀਂ ਮਿਲਦੀ ਆਖਣਾ ਜਾਓ ਭੇੜਾ ਕਰਾ ਲਿਓ ਬਾਬਾ ਜੀ ਕੋਲ। ਅੱਜ ਕੱਲ੍ਹ ਤਾਂ ਖੈਰ ਇਹ ਨਹੀਂ ਗੱਲਾਂ ਚੱਲਦੀਆਂ। ਤਾਂ ਉਹ ਮੈਂ ਨਾ ਬੜਾ ਪ੍ਰੇਮ ਨਾਲ ਕਰਨਾ। ਤੇ ਇੱਕ ਵਾਰੀ ਇੱਦਾਂ ਕਿਸੇ ਦਾ ਬੱਚਾ ਨਾ ਰੋਣੋਂ ਹਟੇ, ਡਰਦਾ ਸੀ ਨਿਆਣਾ, ਤਾਂ ਉਹ ਲੈ ਕੇ ਆਏ, ਮੈਂ ਵੀ ਕੋਲ ਖੜਾ ਸਾਂ। ਉਹਨਾਂ ਦੇ ਹੱਥ 'ਚ ਖੂੰਡੀ ਹੁੰਦੀ ਸੀ, ਖੂੰਡੀ। ਉਹਨਾਂ ਨੇ ਖੂੰਡੀ ਆਮ ਕਰਕੇ ਬੱਚੇ ਦੇ ਲਾਈ ਤੇ ਮੂਲ ਮੰਤਰ ਪੜ੍ਹਿਆ। ਮੂਲ ਮੰਤਰ ਪੜ੍ਹ ਕੇ ਉਹਨਾਂ ਫੂਕ ਜੀ ਮਾਰ ਦਿੱਤੀ ਤੇ ਬੱਚਾ ਰੋਣੋਂ ਹਟ ਗਿਆ। ਤਾਂ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਬਾਬਾ ਜੀ ਵੀ ਪੜ੍ਹਨਾ ਤੇ ਮੂਲ ਮੰਤਰ ਹੀ ਸੀ, ਤੇ ਤੁਸੀਂ ਏਦਾਂ ਕਿਉਂ ਕਰਦੇ ਜੇ? ਕਿਉਂਕਿ ਲੋਕ ਤਾਂ ਫੂਕਾਂ ਫਾਕਾਂ ਮਾਰਨ ਨੂੰ ਚੰਗਾ ਨਹੀਂ ਸਮਝਦੇ। ਤੇ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਆਖਿਆ ਵੀ ਘਰੇ ਮੂਲ ਮੰਤਰ ਸੁਣਾ ਦਿਓ ਬੱਚੇ ਨੂੰ? ਤੁਸੀਂ ਉਹਨਾਂ ਨੂੰ ਕਹਿਣਾ ਸੀ ਵੀ ਇਹਨੂੰ ਬੱਚੇ ਨੂੰ ਮੂਲ ਮੰਤਰ ਸੁਣਾ ਦਿਓ, ਤੁਸੀਂ ਵੀ ਤਾਂ ਮੂਲ ਮੰਤਰ ਹੀ ਪੜ੍ਹਿਆ। ਉਹ ਹੱਸ ਪਿਓ ਕਹਿੰਦੇ ਹਾਂ ਸੁਣਾ ਸਕਦੇ ਆ। ਉਹਨਾਂ ਵੀ ਮੇਰੇ ਕੋਲੋਂ ਸੁਣਿਆ ਵੀ ਆਪਾਂ ਮੂਲ ਮੰਤਰ ਹੀ ਪੜ੍ਹਿਆ, ਉਹ ਵੀ ਪੜ੍ਹ ਸਕਦੇ ਆ, ਪਰ ਕਹਿੰਦੇ ਉਹਨਾਂ ਦੇ ਪੜ੍ਹੇ ਦਾ ਅਸਰ ਨਹੀਂ ਇੰਨਾ ਹੋਣਾ। ਮੈਂ ਕਿਹਾ ਕਿਉਂ ਜੀ? ਬਾਣੀ ਤੇ ਬਾਣੀ ਹੈ ਨਾ ਮਹਾਰਾਜ ਦੀ, ਜਿਹੜਾ ਮਰਜ਼ੀ ਪੜ੍ਹੇ। ਉਹ ਕਹਿੰਦੇ ਹਾਂ ਬਾਣੀ ਬਾਣੀ ਹੈ, ਪਰ ਕਹਿੰਦੇ ਮੈਨੂੰ 50 ਸਾਲ ਹੋ ਗਏ ਮੂਲ ਮੰਤਰ ਕਰਦੇ ਨੂੰ। 50 ਸਾਲ ਮੈਂ ਕਦੀ ਨਾਗਾ ਨਹੀਂ ਪਾਇਆ, ਸਾਰਾ ਦਿਨ ਪੜ੍ਹਦਾ ਰਹਿਣਾ। ਇਹ ਸਮਝ ਲਓ ਵੀ ਮੇਰੇ ਪੱਲੇ ਜਮਾ ਹੋ ਗਈ ਕਮਾਈ। ਬਸ ਉਸ ਕਮਾਈ ਕਰਕੇ ਮੈਂ ਪੜ੍ਹ ਦਿੰਦਾ ਤੇ ਤੁਰੰਤ ਅਸਰ ਹੁੰਦਾ। ਪੜ੍ਹ ਜਿਹੜਾ ਮਰਜ਼ੀ ਸਕਦਾ, ਬਾਣੀ ਤੇ ਮਹਾਰਾਜ ਦੀ ਸਾਰੇ ਪੜ੍ਹ ਸਕਦੇ, ਕਿਹੜੀ ਕਿਸੇ ਨੂੰ ਮਨਾਹੀ ਹੈ। ਪਰ ਕੁਝ ਲੋਕਾਂ ਨੇ ਕਮਾਈ ਨਹੀਂ ਕੀਤੀ, ਮੌਕੇ ਤੇ ਉਹ ਕਿਰਿਆ ਕਰਨੀ ਹੈ, ਪਰ ਕਮਾਈ ਨਹੀਂ ਹੈਗੀ। ਕਮਾਇਆ ਹੋਇਆ ਨਹੀਂ ਸ਼ਬਦ ਉਹਨਾਂ ਦਾ ਹੱਲੇ। ਪੜ੍ਹ ਲੈਣਗੇ ਜਿਹੜਾ ਮਰਜ਼ੀ ਪੜ੍ਹ ਲੈ, ਪਰ ਜਿਨ੍ਹਾਂ ਦੀ ਕਮਾਈ ਕੀਤੀ ਅਸਰ ਉਹਨਾਂ ਦਾ ਹੁੰਦਾ। ਸਾਰੀ ਅਰਦਾਸ ਵਿੱਚ ਸਿਰਫ ਆਪਾਂ ਉਹਨਾਂ ਦਾ ਨਾਮ ਲੈ ਕੇ ਵਾਹਿਗੁਰੂ ਕਹਿੰਦੇ ਆ,
ਜਿਨ੍ਹਾਂ ਕਮਾਈ ਕੀਤੀ ਸੀ, ਘਾਲਣਾ ਬਹੁਤ ਸਖਤ ਘਾਲ ਕੇ ਕੁਝ ਪੱਲੇ ਬੰਨ ਲਿਆ, ਉਹਨਾਂ ਨੂੰ ਆਪਾਂ ਕਹਿੰਦੇ ਅਰਦਾਸ 'ਚ ਵੀ ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਕੁਝ ਐਸੇ ਜਿਨ੍ਹਾਂ ਦੀ ਸ਼ਬਦ ਦੀ ਕਮਾਈ ਕਰਨੀ ਪੈਂਦੀ, ਮਤਲਬ ਕਈ ਚਿਰ ਸ਼ਬਦ ਜਪ ਕੇ ਤਾਂ ਫਿਰ ਕਹਿ ਸਕਦੇ ਹਾਂ ਵੀ ਇਹਨੇ ਕਮਾਈ ਕੀਤੀ ਭਾਈ, ਕਮਾਇਆ ਹੋਇਆ ਸ਼ਬਦ, ਤਾਂ ਸ਼ਬਦ ਅਸਰ ਕਰਦਾ ਹੁਣ, ਕਿਉਂਕਿ ਇਹਨੇ ਕਮਾ ਲਿਆ। ਮਹਾਰਾਜ ਦਾ ਬਚਨ ਆ ਗਿਆ, ਸਤਿਗੁਰ ਸੇਵ ਪਦਾਰਥ ਪਾਵੈ ਛੁੱਟ ਹੈ ਸ਼ਬਦ ਕਮਾਈ। ਸ਼ਬਦ ਦੀ ਕਮਾਈ ਕਰਕੇ ਕਹਿੰਦੇ ਛੁਟਕਾਰਾ ਹੋ ਜਾਏਗਾ ਤੇਰਾ ਗੁਰਮੁਖਾ, ਸ਼ਬਦ ਦੀ ਕਮਾਈ ਕਰਕੇ ਛੁਟਕਾਰਾ ਹੋ ਜਾਏਗਾ। ਮਤਲਬ ਕਈ ਜਿੰਨੇ ਚਿਰ ਵੀ ਤੇਰੇ ਸਵਾਸ ਹੈ, ਬਸ ਸ਼ਬਦ ਕਮਾਈ ਚੱਲ, ਸ਼ਬਦ ਦਾ ਅਭਿਆਸ ਚੱਲੀ ਜਾਵੇ, ਇਸ ਕਰਕੇ ਛੁਟਕਾਰਾ ਹੋ ਜਾਏਗਾ। ਸੂਚੇ ਭਾਂਡੇ ਸਾਚ ਸਮਾਵੈ ਬਿਰਲੇ ਸੂਚਾ ਚਾਰੀ। ਕਹਿੰਦੇ ਨਾਮ ਸੁੱਚੇ ਭਾਂਡੇ 'ਚ ਰਹਿੰਦਾ ਗੁਰਮੁਖੋ, ਪਵਿੱਤਰ ਹਿਰਦੇ 'ਚ ਟਿਕਣਾ ਹੁੰਦਾ। ਤਾਂ ਮਹਾਰਾਜ ਨੇ ਆਖਿਆ ਨਾ ਭਈ ਜੇ ਦੁੱਧ ਬਰਤਨ 'ਚ ਪਾਉਣਾ ਤਾਂ ਪਹਿਲਾਂ ਬਰਤਨ ਦੀ ਚੰਗੀ ਤਰ੍ਹਾਂ ਸਫਾਈ ਕਰ ਲਓ, ਪਹਿਲਾਂ ਧੋਵੋ ਉਹਨੂੰ। ਆਪਾਂ ਦੇਖਿਆ ਨਾ ਮਾਈਆਂ ਜਦੋਂ ਰਾਤ ਨੂੰ ਕਾੜ੍ਹਨੀ ਮਾਂਜ ਕੇ ਫਿਰ ਉਹਨੂੰ ਧੂਣੀ ਜੀ ਦਿੰਦੀਆਂ ਹੁੰਦੀਆਂ ਸੀ, ਐਂ ਚੰਗੀ ਤਰ੍ਹਾਂ ਸਾਫ਼ ਕਰਕੇ। ਕਿਉਂਕਿ ਦੁੱਧ ਉਹਦੇ 'ਚ ਰੱਖਣਾ, ਸਵੇਰ ਲਈ ਦਹੀਂ ਜਮਾਉਣਾ, ਸਾਰੀ ਨਹੀਂ ਤੇ ਦੁੱਧ ਖਰਾਬ ਹੋ ਜਾਏਗਾ ਜੇ ਬਰਤਨ ਚੰਗੀ ਤਰ੍ਹਾਂ ਸਾਫ਼ ਨਾ ਕੀਤਾ। ਦੁੱਧ 'ਚ ਕੋਈ ਨੁਕਸ ਨਹੀਂ ਹੈਗਾ, ਬਰਤਨ ਦੀ ਸਫਾਈ ਚੰਗੀ ਤਰ੍ਹਾਂ ਨਹੀਂ ਹੋਈ ਤਾਂ ਖਰਾਬ ਹੋ ਜਾਏਗਾ। ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ ਮਹਾਰਾਜ ਦੇ ਬਸ। ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੁੱਧੇ ਕਉ ਜਾਵੋ। ਮਹਾਰਾਜ ਦੇ ਬਚਨ ਕਹਿੰਦੇ ਪਹਿਲਾਂ ਭਾਂਡਾ ਧੋ, ਉਹਨੂੰ ਧੂਣੀ ਧੂਫ ਆਦਿਕ ਕਰ, ਫੇਰ ਉਹਦੇ 'ਚ ਦੁੱਧ ਪਾ ਸਕਦਾ ਤਾਂ ਟਿਕੇਗਾ, ਨਹੀਂ ਤਾਂ ਖਰਾਬ ਹੋ ਜਾਏਗਾ। ਹਿਰਦਾ ਪਵਿੱਤਰ ਹੋਵੇ ਤੇ ਨਾਮ ਨੇ ਸਾਧ ਸੰਗਤ ਜੀ ਉਹਦੇ 'ਚ ਟਿਕਣਾ ਹੁੰਦਾ। ਸੰਸਕਾਰਾਂ ਦੀ ਮੈਲ ਕਰਕੇ ਜਿਹੜਾ ਹਿਰਦਾ ਮੈਲਾ, ਉਹਦੇ 'ਚ ਨਾਮ ਟਿਕਦਾ ਨਹੀਂ ਹੁੰਦਾ। ਇਸੇ ਲਈ ਮਹਾਰਾਜ ਨੇ ਕਮਾਲ ਦੀ ਮਰਿਆਦਾ ਚਲਾਈ, ਸੇਵਾ। ਸੇਵਾ ਕਰਕੇ ਹਿਰਦੇ ਦੀ ਨਿਰਮਲਤਾ ਬਣਦੀ। ਸੇਵਾ ਹੁੰਦੀ ਇਸੇ ਕਰਕੇ ਵੀ ਹਿਰਦੇ ਦੀ ਮੈਲ ਉਤਰੇ। ਸੰਤ ਸਭਾ ਮਨ ਮਾਂਝੀਏ ਭਾਈ, ਹਰ ਕਾ ਨਾਮ ਨਿਵਾਸ, ਮਹਾਰਾਜ ਦੇ ਬਚਨ। ਸੇਵਾ ਕਰਕੇ ਅਸਲ 'ਚ ਬਰਤਨ ਨਹੀਂ ਮਾਂਜੀਦੇ, ਮਨ ਹੀ ਮਾਂਜੀਦਾ। ਜੋੜੇ ਨਹੀਂ ਸਾਫ਼ ਕਰੀਦੇ, ਅਸਲ 'ਚ ਆਪਣਾ ਮਨ ਸਾਫ਼ ਕਰੀਦਾ। ਸੇਵਾ ਨਾਲ ਨਿਰਮਲਤਾ ਬਣਨੀ ਹੁੰਦੀ, ਹਉਮੈ ਉਤਰਦੀ। ਸੂਚਾ ਭਾਂਡੇ ਸਾਚ ਸਮਾਵੇ ਵਿਰਲੇ ਸੂਚਾ ਚਾਰੀ। ਪਰ ਕਹਿੰਦੇ ਨੇ ਐਸੇ ਜਿਹੜੇ ਸਚਿਆਰ ਹੋ ਗਏ ਉਹ ਵਿਰਲੇ ਨੇ ਗੁਰਮੁਖੋ, ਜਿਨ੍ਹਾਂ ਦਾ ਭਾਂਡਾ ਬਿਲਕੁਲ ਨਿਰਮਲ ਹੋ ਗਿਆ ਤੇ ਹੁਣ ਉਸ ਭਾਂਡੇ 'ਚ ਨਾਮ ਟਿਕ ਗਿਆ। ਵਿਰਲੇ ਨੇ ਉਹ, ਕਿਉਂਕਿ ਇਹਨੂੰ ਧੋਣ ਦਾ ਯਤਨ ਬਹੁਤ ਘੱਟ ਲੋਕ ਕਰਦੇ। ਸਾਰੀ ਜਿੰਨੀ ਵੀ ਆਬਾਦੀ ਮੰਨ ਲਓ ਸੰਸਾਰ ਦੀ 6 ਅਰਬ 7 ਅਰਬ ਜਿੰਨੀ ਵੀ ਹੈਗੀ ਹੈ, ਕਿੰਨੇ % ਲੋਕ ਨੇ ਜਿਹੜੇ ਆਪਣੇ ਮਨ ਨੂੰ ਮਾਂਜਣ ਦਾ ਯਤਨ ਕਰਦੇ? 0.1 ਵੀ ਨਹੀਂ ਹੋਣਾ ਸਾਰੀ ਆਬਾਦੀ 'ਚ। ਜਾਂ ਆਪਾਂ ਇਦਾਂ ਕਹਿ ਲਈਏ ਵੀ 99% ਲੋਕ ਦੁਨੀਆ ਦੇ ਰੰਗ ਤਮਾਸ਼ਿਆਂ 'ਚ ਬਸ ਮਸਤ ਆ। 99% ਦੁਨੀਆ ਦੇ ਰੰਗ ਤਮਾਸ਼ਿਆਂ 'ਚ ਮਸਤ ਹੈ। 1% ਆਪਾਂ ਕਹਿ ਸਕਦੇ ਜਿਹਨੂੰ ਥੋੜਾ ਕੁ ਫਿਕਰ ਹੁੰਦਾ ਕੁਝ ਮਨ ਦੀ ਪਵਿੱਤਰਤਾ ਬਣਾ ਲਈਏ ਭਾਈ, ਕਿਉਂਕਿ ਮਹਾਰਾਜ ਨੇ ਆਖਿਆ, ਬਚਨ ਕੀਤਾ। ਸੂਚਾ ਭਾਂਡੇ ਸਾਚ ਸਮਾਵੇ ਵਿਰਲੇ ਸੂਚਾ ਚਾਰੀ। ਤੰਤੈ ਕੋ ਪਰਮ ਤੰਤ ਮਿਲਾਇਆ। ਕਹਿੰਦੇ ਪਰਮ ਤੰਤ ਹੁੰਦਾ ਪਰਮਾਤਮਾ ਤੇ ਤੰਤ ਇਹ ਜੀਵ। ਕਹਿੰਦੇ ਜੀਵ ਆਤਮਾ ਨੂੰ ਪਰਮਾਤਮਾ ਨਾਲ ਮਿਲਾਪ ਗੁਰੂ ਸਾਹਿਬ ਕਰਵਾ ਦਿੰਦੇ। ਤੰਤੈ ਕੋ ਪਰਮ ਤੰਤ ਮਿਲਾਇਆ ਨਾਨਕ ਸ਼ਰਨ ਤੁਮਾਰੀ। ਇਸ ਲਈ ਮਹਾਰਾਜ ਤੁਹਾਡੀ ਸ਼ਰਨ 'ਚ ਆਏ ਆ, ਤੁਸੀਂ ਮੇਰੀ ਇਸ ਜਿੰਦ ਨੂੰ ਅਕਾਲ ਪੁਰਖ ਵਾਹਿਗੁਰੂ ਨਾਲ ਮਿਲਾ ਸਕਦੇ, ਤੁਸੀਂ ਕਿਰਪਾ ਕਰਕੇ ਮੈਨੂੰ ਅਭੇਦ ਕਰ ਸਕਦੇ। ਸੋਠ ਮਹੱਲਾ ਪਹਿਲਾ, ਜਿਉ ਮੀਨਾ ਬਿਨ ਪਾਣੀਆਂ ਤੇ ਉਹ ਸਾਕਤ ਮਰੈ ਪਿਆਸ। ਅਗਲੇ ਸ਼ਬਦ 'ਚ ਮਹਾਰਾਜ ਕਹਿੰਦੇ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਮਰ ਜਾਂਦੀ ਨਾ ਗੁਰਮੁਖੋ ਤੜਪ ਕੇ, ਇਵੇਂ ਪਦਾਰਥਾਂ ਦੀ ਪਿਆਸ ਵਿੱਚ ਸਾਕਤ ਮਰ ਜਾਂਦਾ, ਪੂਰੀ ਨਹੀਂ ਹੁੰਦੀ ਉਹਦੀ ਸਾਕਤ। ਬੰਦੇ ਦੀ ਭੁੱਖ ਨਹੀਂ ਨਿਕਲਦੀ ਹੁੰਦੀ, ਜੋ ਮਰਜ਼ੀ ਹੋ ਜੇ, ਕਦੀ ਵੀ ਨਹੀਂ ਰੱਜਦਾ ਸਾਕਤ। ਮਹਾਰਾਜ ਨੇ ਕਿਹਾ ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆ ਭਾਰ। 4 ਪੁਰੀਆਂ ਦੇ ਭਾਰ ਬੰਨ ਕੇ ਪੰਡਾ ਪਦਾਰਥ ਭੁੱਖੇ ਬੰਦੇ ਨੂੰ ਦੇ ਦਿਓ, ਫਿਰ ਉਹਨੂੰ ਪੁੱਛੋ ਰੱਜ ਗਿਆ, ਕਹੇਗਾ ਨਹੀਂ, ਕਿਉਂਕਿ ਭੁੱਖਾ ਨਹੀਂ ਰੱਜਦਾ ਹੁੰਦਾ ਕਦੇ ਵੀ ਨਹੀਂ। ਜਿਹਨੂੰ ਪਦਾਰਥਾਂ ਦੀ ਭੁੱਖ ਲੱਗ ਜੇ ਨਾ ਜੀ, ਕਦੀ ਵੀ ਨਹੀਂ ਰੱਜਣਾ। ਸਾਰੀ ਦੁਨੀਆ ਦੇ ਆਪਣੇ ਸਾਹਮਣੇ ਹਜ਼ਾਰਾਂ ਮਿਸਾਲਾਂ। ਹਿਮਾਚਲ ਦਾ ਬਿਜਲੀ ਮੰਤਰੀ ਸੀ ਸੁਖਰਾਮ, ਜਦੋਂ ਉਹਦੇ ਛਾਪਾ ਪਿਆ
ਕੁਝ ਐਸੇ ਮਕਾਨ ਉਹਦੇ ਨਿਕਲੇ ਜਿਨ੍ਹਾਂ ਨੂੰ ਕਈਆਂ ਸਾਲਾਂ ਦਾ ਜਿੰਦਰਾ ਵੱਜਾ ਸੀ। ਜਦੋਂ ਤੋੜਿਆ ਤੇ ਡਬਲ ਬੈੱਡ ਦੀਆਂ ਚਾਦਰਾਂ 'ਚ ਨੋਟਾਂ ਦੀਆਂ ਪੰਡਾਂ ਵੱਜੀਆਂ ਲੱਭੀਆਂ, ਜਿਨ੍ਹਾਂ ਦਾ ਉਹਨੂੰ ਵੀ ਚੇਤਾ ਭੁੱਲ ਗਿਆ ਸੀ ਰੱਖ ਕੇ। ਤੇ ਫਿਰ ਉਹਨੂੰ ਪੁੱਛੇ ਤੂੰ ਰੱਜ ਗਿਆ, ਤੇ ਤਾਂ ਵੀ ਕਿਹੜਾ ਉਹ ਘਪਲੇ ਕਰਨੋਂ ਹਟਦੇ, ਰੱਜਦੇ। ਸੈਂਕੜਿਆਂ ਦੀ ਗਿਣਤੀ 'ਚ ਉਹਨਾਂ ਦੀਆਂ ਬੱਸਾਂ ਹੁੰਦੀਆਂ, ਟਰੱਕ ਹੁੰਦੇ, ਬਾਗ ਹੁੰਦੇ, ਖੇਤੀ ਹੁੰਦੀ, ਕਾਰਖਾਨੇ, ਹੋਟਲ ਹੁੰਦੇ, ਫਿਰ ਵੀ ਲੋਕਾਂ ਦੇ ਨਿਆਣਿਆਂ ਨੂੰ ਜ਼ਹਿਰ ਦੇਈ ਜਾਂਦੇ, ਡਰੱਗ ਵੇਚੀ ਜਾਂਦੇ, ਹਟਦੇ ਨਹੀਂ। ਕਿਉਂ? ਰੱਜਦੇ ਨਹੀਂ। ਰੱਜਦੇ ਕਦੀ ਤੁਸੀਂ ਲੀਡਰ ਰੱਜਿਆ ਵੇਖਿਆ ਕਦੀ? ਕੋਈ ਨਹੀਂ ਰੱਜਣਗੇ। ਭੁੱਖੇ ਬੰਦੇ ਦੀ ਮਾਰ ਕਹਿੰਦੇ ਗੁਰਮੁਖੋ, ਸਾਕਤ ਦੀ ਪਿਆਸ ਕਦੇ ਵੀ ਨਹੀਂ ਬੁਝਦੀ ਹੁੰਦੀ, ਕਦੇ ਵੀ ਨਹੀਂ ਰੱਜਦਾ। ਸਿਕੰਦਰ ਨੇ 17 ਵਾਰੀ ਆਣ ਕੇ ਹਮਲਾ ਕੀਤਾ, ਸਭ ਕੁਝ ਲੁੱਟ ਲੁੱਟ ਕੇ ਲੈ ਜਾਂਦਾ ਸੀ, ਫਿਰ ਕਿਹੜਾ ਰੱਜ ਗਿਆ ਸੀ? ਅਖੀਰਲੀ ਵਾਰੀ ਜਦੋਂ ਮਰਿਆ ਉਦੋਂ ਵੀ ਹਮਲਾ ਹੀ ਕਰਕੇ ਵਾਪਸ ਜਾ ਰਿਹਾ ਸੀ। ਨਹੀਂ ਰੱਜਦਾ ਬੰਦਾ। ਜੋ ਮੀਨਾ ਬਿਨ ਪਾਣੀਆਂ ਤੇ ਉਹ ਸਾਕਤ ਮਰਿਆ ਪਿਆਸ। ਕਹਿੰਦੇ ਮੱਛੀ ਤੋਂ ਬਿਨਾਂ ਜਿਵੇਂ ਪਾਣੀ, ਇਵੇਂ ਪਦਾਰਥਾਂ ਦੀ ਪਿਆਸ ਵਿੱਚ ਸਾਕਤ ਬੰਦਾ ਮਰ ਜਾਂਦਾ, ਪਰ ਇਹ ਮਿਟਦੀ ਨਹੀਂ ਉਹਦੀ। ਤਿਉਹਾਰ ਬਿਨ ਮਰ ਗਿਆ ਰੇ ਮਨਾ, ਜੋ ਬਿਰਥਾ ਜਾਵੇ ਸਾਸ। ਕਹਿੰਦੇ ਏਦਾਂ ਗੁਰਮੁਖੋ, ਗੁਰਮੁਖ ਜਿਹੜਾ ਨਾ ਹਰੀ ਦੇ ਨਾਮ ਤੋਂ ਬਿਨਾਂ ਮਰ ਹੀ ਜਾਂਦਾ, ਜਿਹੜਾ ਇੱਕ ਸਵਾਸ ਵੀ ਉਹਦਾ ਵਿਅਰਥ ਜਾਂਦਾ, ਜਿਵੇਂ ਮੱਛੀ ਪਾਣੀ ਤੋਂ ਬਿਨਾਂ ਮਰ ਜਾਂਦੀ, ਇਵੇਂ ਤਿਉਹਾਰ ਬਿਨ ਮਰ ਗਿਆ ਰੇ ਮਨਾ। ਕਹਿੰਦੇ ਹੇ ਮਨਾ, ਅਸੀਂ ਤੇ ਹਰੀ ਦੇ ਨਾਮ ਤੋਂ ਬਿਨਾਂ ਏਦਾਂ ਮੌਤ ਹੀ ਹੁੰਦੀ ਸਾਡੀ। ਜੋ ਬਿਰਥਾ ਜਾਵੇ, ਇੱਕ ਸਵਾਸ ਵਿਅਰਥ ਚਲੇ ਗਿਆ, ਬਹੁਤ ਅਫਸੋਸ ਹੁੰਦਾ ਵੀ ਇਹ ਸਵਾਸ ਖਾਲੀ ਕਿਉਂ ਚਲੇ ਗਿਆ। ਇਸ ਸਵਾਸ ਵਿੱਚ ਵੀ ਪਰਮਾਤਮਾ ਚੇਤੇ ਆਉਣਾ ਚਾਹੀਦਾ ਸੀ। ਇੱਕ ਸਵਾਸ ਦੀ ਕੀਮਤ ਉਹ ਸਮਝਦੇ, ਨਾ ਸਮਝ ਹੋਣ ਕਰਕੇ ਹੀਰੇ ਦੀ ਆਪਾਂ ਨੂੰ ਪਰਖਣਾ ਹੋਵੇ ਤਾਂ ਭਾਵੇਂ ਹੀਰੇ ਦੇ ਉੱਪਰ ਦੀ ਲੰਘ ਜੇ ਬੰਦਾ ਤੁਰਿਆ ਜਾਂਦਾ, ਰੋਡ ਤੇ ਪਿਆ ਹੋਵੇ, ਆਪਾਂ ਨੂੰ ਪਛਾਣ ਨਹੀਂ ਤੇ ਫਿਰ ਕੀ ਕਰ ਸਕਦੇ? ਸੋਝੀ ਨਹੀਂ ਵੀ ਸਵਾਸਾਂ ਦੀ ਕੀ ਕੀਮਤ ਹੈ, ਤਾਂ ਫਿਰ ਤਾਂ ਨਿਕਲ ਹੀ ਜਾ ਰਹੇ ਨੇ ਬਸ। ਸੋਝੀ ਆ ਜਾਏ ਤੇ ਫਿਰ ਇੱਕ ਵੀ ਵਿਅਰਥ ਚਲਿਆ ਜਾਵੇ ਤੇ ਕਹਿੰਦੇ ਦੁੱਖ ਹੁੰਦਾ। ਇਹ ਸਵਾਸ ਖਾਲੀ ਨਹੀਂ ਸੀ ਜਾਣਾ ਚਾਹੀਦਾ। ਹਰ ਸਵਾਸ ਪਰਮਾਤਮਾ ਚੇਤੇ ਆਉਣਾ ਚਾਹੀਦਾ ਸੀ। ਤਿਉ ਨਾਮੈ ਬਿਨ ਸੋ ਤਿਉਹਾਰ ਬਿਨ ਮਰ ਗਿਆ ਰੇ ਮਨਾ, ਜੋ ਬਿਰਥਾ ਜਾਵੇ ਸਾਸ। ਮਨ ਰੇ ਰਾਮ ਨਾਮ ਜਸ ਲੇ। ਮਨਾ ਪਰਮਾਤਮਾ ਦਾ ਨਾਮ ਜਪ, ਉਹਦਾ ਜਸ, ਉਹਦੀ ਵਡਿਆਈ ਕਰਿਆ ਕਰ। ਬਿਨ ਗੁਰ ਇਹ ਰਸ ਕਿਉ ਲਹੋ। ਪਰ ਕਹਿੰਦੇ ਗੁਰੂ ਤੋਂ ਬਿਨਾਂ ਕਿਵੇਂ ਇਹ ਮਿਲੇ ਜੀ ਦਾਤ? ਨਾਮ ਦਾ ਰਸ ਗੁਰੂ ਤੋਂ ਬਿਨਾਂ ਨਹੀਂ ਪ੍ਰਾਪਤ ਹੋ ਸਕਦਾ, ਗੁਰੂ ਤੋਂ ਬਿਨਾਂ ਨਹੀਂ। ਬਹੁਤ ਵਾਰ ਬੰਦਾ ਪਰਉਪਕਾਰੀ ਹੁੰਦਾ, ਚੰਗੇ ਸੁਭਾਅ ਦਾ ਹੁੰਦਾ, ਨੇਕ ਹੁੰਦਾ, ਭਲਾ ਪੁਰਸ਼ ਹੁੰਦਾ, ਪਰ ਜੇ ਉਹ ਆਖੇ ਵੀ ਮੈਂ ਨੇਕ ਹਾਂ, ਭਲਾ ਪੁਰਸ਼ ਹਾਂ, ਤੇ ਮੈਨੂੰ ਗੁਰੂ ਦੀ ਜ਼ਰੂਰਤ ਨਹੀਂ, ਮੈਂ ਪਾਰ ਉਤਰ ਜਾਵਾਂਗਾ, ਕਦੇ ਵੀ ਨਹੀਂ ਉਤਰ ਸਕਦਾ, ਕਦੇ ਵੀ ਨਹੀਂ। ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ, ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰਬਿਨ ਕੋਹਰਾਂ ਦਾ। ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਈਏ। ਮੁਕਤੀ ਨਹੀਂ ਮਿਲ ਸਕਦੀ। ਨੇਕ ਹੋ ਸਕਦਾ, ਭਲਾ ਹੋ ਸਕਦਾ ਉਹ। ਇੱਕ ਗੁਰਮੁਖ ਪਿਆਰੇ, ਉਹ ਫੈਕਟਰੀ 'ਚ ਕੰਮ ਕਰਦੇ ਸੀ ਕਿਤੇ, ਉਹਨਾਂ ਨਾਲ ਹੋਰ ਵੀ ਸੀ ਵਾਹਵਾ ਸਾਰੇ ਪ੍ਰੇਮੀ। ਤੇ ਕਹਿੰਦੇ ਇੱਕ ਵਾਰੀ ਗਿਆਨੀ ਜਿਹੜੇ ਉਮਰਪੁਰੇ ਵਾਲੇ ਸੀ, ਇੱਥੇ ਵੀ ਸ਼ਾਇਦ ਕਦੀ ਆਏ ਹੋਣਗੇ ਜ਼ਰੂਰ, ਉਹ ਉੱਥੇ ਕਥਾ ਕਰਨ ਵਾਸਤੇ ਗਏ ਇੰਗਲੈਂਡ। ਤਾਂ ਉਹ ਜਿਹੜੇ ਫੈਕਟਰੀ 'ਚ ਇੱਕੋ ਥਾਂ 'ਤੇ ਕੰਮ ਕਰਦੇ ਸੀ ਵਾਹਵਾ ਜਾਣੇ, ਉਹਨਾਂ ਵਿੱਚ ਇੱਕ ਅੰਮ੍ਰਿਤਧਾਰੀ ਸੀ, ਇੱਕ ਕਲੀਨ ਸ਼ੇਵ ਸੀ, ਦੋਨੇ ਮਿੱਤਰ ਸੀ। ਜਿਹੜਾ ਕਲੀਨ ਸ਼ੇਵ ਸੀ ਬੰਦਾ ਬੜਾ ਚੰਗਾ, ਨੇਕ, ਭਲਾ, ਉਹਨੇ ਘਰੇ ਮਹਾਰਾਜ ਦਾ ਪ੍ਰਕਾਸ਼ ਕੀਤਾ ਸੀ ਤੇ ਸਹਿਜ ਪਾਠ ਕਰਦਾ ਸੀ ਰੋਜ਼, ਘੰਟਾ ਡੇਢ ਘੰਟਾ ਉਹਨੇ ਰੋਜ਼ ਪੜ੍ਹਨੀ ਬਾਣੀ। ਤੇ ਜਦੋਂ ਉਹ ਗਿਆਨੀ ਜੀ ਆਏ ਕਥਾ ਲਈ, ਤਾਂ ਉਹ ਅੰਮ੍ਰਿਤਧਾਰੀ ਨੇ ਉਹਨੂੰ ਆਖਿਆ ਵੀ ਅੱਜ ਨਾ ਆਪਾਂ ਕੰਮ ਤੋਂ ਜਾ ਕੇ ਤੇ ਇਸ਼ਨਾਨ ਪਾਣੀ ਕਰਕੇ ਗੁਰਦੁਆਰਾ ਸਾਹਿਬ ਜਾਣਾ, ਕਿਉਂਕਿ ਉੱਥੇ ਕੋਈ ਗੁਰਮੁਖ ਪਿਆਰੇ ਕਥਾ ਲਈ ਆਏ। ਉਹ ਕਹਿੰਦਾ ਨਹੀਂ, ਮੈਂ ਨਹੀਂ ਜਾ ਸਕਦਾ, ਤੁਹਾਨੂੰ ਪਤਾ ਮੇਰੇ ਕੋਲ ਟਾਈਮ ਹੀ ਨਹੀਂ ਹੁੰਦਾ, ਮੈਂ ਤਾਂ ਬਾਣੀ ਪੜ੍ਹਨੀ ਹੁੰਦੀ, ਸਹਿਜ ਪਾਠ ਰੱਖਿਆ, ਫਿਰ ਮੈਂ ਮਹਾਰਾਜ ਦੀ ਸੇਵਾ ਵੀ ਕਰਨੀ, ਮੇਰੇ ਕੋਲ ਸਮਾਂ ਨਹੀਂ ਹੈਗਾ। ਉਹ ਕਹਿੰਦੇ ਨਹੀਂ ਨਹੀਂ ਕੋਈ ਨਹੀਂ, ਬਈ ਤੂੰ ਘੱਟ ਪੜ੍ਹਨੀ, ਅੱਜ ਸਹਿਜ ਪਾਠ ਘੱਟ ਕਰਨੀ, ਪਰ ਆਪਾਂ ਜਾਣਾ ਜ਼ਰੂਰ ਹੈ।
ਉਹ ਕਹਿੰਦਾ ਨਹੀਂ ਮੈਂ ਨਹੀਂ ਜਾ ਸਕਦਾ, ਮੇਰੇ ਕੋਲ ਟਾਈਮ ਹੀ ਨਹੀਂ ਹੁੰਦਾ, ਇੱਥੋਂ ਜਾ ਕੇ ਇਸ਼ਨਾਨ ਕਰਨਾ, ਫਿਰ ਬਾਣੀ ਪੜ੍ਹਨੀ, ਫਿਰ ਆਪਣਾ ਪ੍ਰਸ਼ਾਦਾ ਪਾਣੀ ਛਕਣਾ। ਉਹ ਕਹਿੰਦੇ ਨਹੀਂ ਮੈਂ ਤੈਨੂੰ ਲੈ ਕੇ ਜਾਣਾ, ਤੂੰ ਜ਼ਰੂਰ ਚੱਲ। ਉਹ ਕਹਿੰਦਾ ਫਿਰ ਮੈਂ ਜਿਹੜਾ ਨਾਗਾ ਪੈ ਜਾਣਾ, ਮੈਂ ਤਾਂ ਸਹਿਜ ਪਾਠ ਕਰਦਾ। ਉਹ ਕਹਿੰਦੇ ਚੱਲ ਤੂੰ ਇਉਂ ਕਰ ਵੀ ਜਿਹੜਾ ਨਾਗਾ ਪੈਣ ਦਾ ਪਾਪ ਲੱਗਣਾ ਉਹ ਤੂੰ ਅਰਦਾਸ ਕਰਦੇ ਮੈਨੂੰ ਲੱਗੇ, ਪਰ ਤੂੰ ਗੁਰਦੁਆਰੇ ਚੱਲ, ਤੈਨੂੰ ਲੈ ਕੇ ਜਾਣਾ। ਆ ਗਿਆ ਜੀ। ਫਿਰ ਉਹ ਜਦੋਂ ਆਏ ਤੇ ਕੁਦਰਤੀ ਅਗਲੇ ਬੰਨੇ ਅੰਮ੍ਰਿਤ ਦਾ ਪ੍ਰਕਰਨ ਚੱਲਦਾ ਪਿਆ ਸੀ ਵੀ ਗੁਰੂ ਦੀ ਕੀ ਜ਼ਰੂਰਤ ਹੈ, ਅੰਮ੍ਰਿਤ ਕਿਉਂ ਛਕਣਾ ਚਾਹੀਦਾ, ਕੁਦਰਤੀ ਚੱਲਦੀ ਪਈ ਸੀ ਇਹ ਗੱਲ। ਉਹਨੇ ਸੁਣਿਆ। ਅਗਲੇ ਦਿਨ ਆਪੇ ਕਹਿੰਦਾ ਵੀ ਚਲੋ ਕੋਈ ਨਹੀਂ, ਆਪਾਂ ਸਹਿਜ ਪਾਠ ਹਫ਼ਤਾ ਬਾਅਦ ਕਰ ਲਾਂਗੇ, ਇੱਕ ਹਫ਼ਤੇ ਲਈ ਹੁਣ ਆਪਾਂ ਇਹ ਜ਼ਰੂਰ ਰੋਜ਼ ਆਉਣਾ ਇੱਥੇ। ਆਉਂਦਾ ਰਿਹਾ। ਤੇ ਹਫ਼ਤੇ ਬਾਅਦ ਉਹਨੇ ਆਖਿਆ ਵੀ ਹੁਣ ਮੈਨੂੰ ਦੱਸੋ ਵੀ ਇਹ ਅੰਮ੍ਰਿਤ ਸੰਚਾਰ ਕਿੱਦਣ ਹੋਣਾ, ਛਕ ਕੇ ਆਈਏ। ਉਹ ਕਹਿੰਦੇ ਵੀ ਕਮਾਲ ਹੋ ਗਈ, ਬੰਦਾ ਭਲਾ ਨੇਕ ਹੈ, ਸੇਵਾ ਕਰਦਾ, ਸਹਿਜ ਪਾਠ ਕਰਦਾ, ਘਰੇ ਪ੍ਰਕਾਸ਼ ਕੀਤਾ, ਵਾਕਿਆ ਬੰਦਾ ਗੁਰਮੁਖ ਹੈ, ਪਰ ਗੁਰੂ ਬਿਨਾਂ ਪਾਰ ਉਤਾਰਾ ਨਹੀਂ ਹੋਣਾ। ਇਸ ਗੱਲ ਦੀ ਸੋਝੀ ਸੰਗਤ ਜਾਣ ਕੇ ਹੋਈ। ਫਿਰ ਉਹਨੂੰ ਪਤਾ ਲੱਗਾ, ਕਹਿੰਦੇ ਫਿਰ ਉਹਨੇ ਛਕਿਆ। ਨੇਕ ਹੋਣਾ, ਭਲਾ ਹੋਣਾ, ਪਰਉਪਕਾਰੀ ਹੋਣਾ, ਕਿਸੇ ਦਾ ਹੱਕ ਨਾ ਕਰਨਾ, ਕਿਸੇ ਦੀ ਹੈਲਪ ਕਰਨੀ, ਇਹ ਇੱਕ ਇਹ ਵੱਖਰਾ ਗੁਣ ਹੈ ਇਨਸਾਨੀਅਤ ਦਾ। ਪਰ ਗੁਰੂ ਸਾਹਿਬ ਜੀ ਕਹਿੰਦੇ ਗੁਰਮੁਖੋ ਗੁਰਬਿਨ ਸਿੱਧ ਨਾ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਹੋ। ਗੁਰੂ ਤੋਂ ਬਿਨਾਂ ਮੁਕਤੀ ਨਹੀਂ, ਬਾਕੀ ਸਾਰਾ ਕੁਝ ਹੈਗਾ। ਇਸ ਲਈ ਕਹਿੰਦੇ ਨੇ ਮਨ ਰੇ ਰਾਮ ਨਾਮ ਜਸ ਲੈ, ਬਿਨ ਗੁਰ ਇਹ ਰਸ ਕਿਉਂ ਲਹੋ। ਕਹਿੰਦੇ ਗੁਰੂ ਤੋਂ ਬਿਨਾਂ ਇਹ ਕਿਵੇਂ ਮਿਲੇ ਜੀ। ਗੁਰ ਮਿਲੇ ਹਰ ਦੇ, ਗੁਰੂ ਸਾਹਿਬ ਜੀ ਮਿਲਣਗੇ ਤਾਂ ਦੇਣਗੇ ਇਹ ਦਾਤ। ਇਹ ਗੁਰੂ ਸਾਹਿਬ ਜੀ ਤੋਂ ਬਿਨਾਂ ਨਹੀਂ ਮਿਲ ਸਕਦੀ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ, ਸੰਤ ਜਨਾ ਮਿਲ ਸੰਗਤੀ ਗੁਰਮੁਖ ਤੀਰਥ ਹੋਏ। ਕਹਿੰਦੇ ਸੰਤਾਂ ਦੀ ਸੰਗਤ 'ਚ ਮਿਲ ਕੇ ਬੈਠਿਆ ਕਰ। ਜਿੱਥੇ ਗੁਰਮੁਖ ਬੈਠਦੇ ਉਹ ਤੀਰਥ ਹੀ ਹੁੰਦਾ। ਤੀਰਥ ਦੇ ਅਰਥ ਹੋਏ ਹੁੰਦੇ ਪਵਿੱਤਰ। ਸੰਤ ਜਨਾ ਮਿਲ ਸੰਗਤੇ, ਕਹਿੰਦੇ ਸੰਤਾਂ ਦੀ ਸੰਗਤ 'ਚ ਮਿਲ ਕੇ ਬੈਠ। ਗੁਰਮੁਖ ਤੀਰਥ ਹੋਏ, ਗੁਰਮੁਖਾਂ ਦੀ ਸੰਗਤ ਕਰਕੇ ਤੇਰਾ ਮਨ ਪਵਿੱਤਰ ਹੋ ਜਾਏਗਾ। 68 ਤੀਰਥ ਮੱਜਣਾ ਗੁਰਦਰਸ ਪ੍ਰਾਪਤ ਹੋਏ। ਕਹਿੰਦੇ ਗੁਰੂ ਸਾਹਿਬ ਜੀ ਦੇ ਦਰਸ਼ਨ ਹੋ ਜਾਣ, 68 ਤੀਰਥਾਂ ਤੇ ਕੀਤੇ ਹੋਏ ਮੱਜਣ ਦਾ ਫਲ ਮਿਲ ਜਾਂਦਾ। ਜੋ ਫਲ 68 ਤੀਰਥਾਂ ਦੇ ਇਸ਼ਨਾਨ ਦਾ, ਉਹ ਫਲ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦਾ। 68 ਤੀਰਥ ਮੱਜਣਾ ਗੁਰਦਰਸ ਪ੍ਰਾਪਤ ਹੋਏ। ਜੇ ਗੁਰੂ ਸਾਹਿਬ ਜੀ ਦੇ ਦਰਸ਼ਨ ਪ੍ਰਾਪਤ ਹੋ ਜਾਣ, ਗੁਰਮੁਖੋ 68 ਤੀਰਥਾਂ ਦਾ ਇਸ਼ਨਾਨ, ਉਹ ਕੀ ਉਹਦੇ ਸਾਹਮਣੇ। ਜਿਉ ਜੋਗੀ ਜਤ ਬਾਹਰਾ ਤਪ ਨਾਹੀ ਸਤ ਸੰਤੋਖ। ਕਹਿੰਦੇ ਜਿਵੇਂ ਜੋਗੀ ਜੋਗ ਤੋਂ ਬਿਨਾ ਹੋਵੇ, ਜਤੀ ਕੋਲ ਜਾਤ ਨਾ ਹੋਵੇ, ਤਪੀ ਕੋਲ ਤਪ ਨਾ ਹੋਵੇ, ਸਤੀ ਕੋਲ ਸਤ ਨਾ ਹੋਵੇ, ਗੁਰਮੁਖ ਕੋਲ ਸੰਤੋਖ ਨਾ ਹੋਵੇ, ਤੇ ਉਹ ਕਾਹਦਾ ਗੁਰਮੁਖ ਹੈ। ਜੋਗੀ ਕੋਲ ਜੋੜਨ ਦੀ ਜੁਗਤੀ ਹੈ ਨਹੀਂ, ਜੋਗ ਨਹੀਂ ਹੈਗਾ। ਜੋਗ ਦੇ 8 ਅੰਗ ਹੁੰਦੇ, ਕਹਿੰਦੇ ਉਹ ਜੋਗੀ ਕਾਹਦਾ। ਜਿਉ ਜੋਗੀ ਜਤ ਬਾਹਰਾ, ਜੋਗੀ ਜੋਗ ਤੋਂ ਬਾਹਰਾ ਹੋਵੇ, ਜਤੀ ਜਾਤ ਤੋਂ ਬਾਹਰਾ ਹੋਵੇ, ਤਪ ਨਾ ਹੀ ਸਤ ਸੰਤੋਖ, ਤਪਸਵੀ ਕੋਲ ਤਪ ਨਹੀਂ ਹੈਗਾ। ਉਵੇਂ ਲੋਕਾਂ ਕੋਲ ਤਪਸਵੀ ਅਖਵਾਉਂਦਾ, ਤਪ ਹੈਗਾ ਹੀ ਨਹੀਂ, ਸਤ ਸੰਤੋਖ ਨਹੀਂ ਹੈ। ਤਿਉ ਨਾਮੈ ਬਿਨ ਦੇਹਰੀ ਜਮ ਮਾਰੇ ਅੰਤਰ ਦੋ। ਕਹਿੰਦੇ ਨਾਮ ਤੋਂ ਬਿਨਾਂ ਦੇਹ ਇਦਾਂ ਹੈ ਜਿੱਦਾਂ ਜੋਗੀ ਕੋਲ ਜੋਗ ਨਾ ਹੋਵੇ, ਤਪਸਵੀ ਕੋਲ ਤਪ ਨਾ ਹੋਵੇ ਤੇ ਲੋਕ ਉਹਨੂੰ ਤਪਸਵੀ ਕਹਿਣ। ਕਹਿੰਦੇ ਤੈਨੂੰ ਮਨੁੱਖਾ ਦੇਹੀ ਦਿੱਤੀ, ਤੈਨੂੰ ਲੋਕ ਕਹਿੰਦੇ ਆ ਤੂੰ ਮਾਨਸ ਆ, ਮਾਨਸ ਹੈ। ਤੇ ਜਿਵੇਂ ਜੋਗੀ ਕੋਲ ਜੋਗ ਨਾ ਹੋਵੇ, ਉਹ ਕਿਸੇ ਕੰਮ ਦਾ ਨਹੀਂ, ਤੇਰੇ ਕੋਲ ਮਾਨਸ ਦੇਹ ਹੈਗੀ, ਨਾਮ ਤੋਂ ਬਿਨਾਂ ਕਿਸੇ ਕੰਮ ਦੀ ਨਹੀਂ ਹੈਗੀ। ਇਹ ਤਿਉ ਨਾਮੈ ਬਿਨ ਦੇਹਰੀ, ਕਹਿੰਦੇ ਇਹ ਦੇਹ ਨਾਮ ਤੋਂ ਬਿਨਾਂ ਇਵੇਂ ਹੀ ਖਾਲੀ ਆ ਜਿਵੇਂ ਜੋਗੀ ਜੋਗ ਤੋਂ ਬਿਨਾਂ ਖਾਲੀ, ਰਾਜਾ ਹੁਕਮ ਤੋਂ ਬਿਨਾਂ ਖਾਲੀ ਹੋਵੇ, ਕੋਈ ਤਪੀਆ ਤਪ ਤੋਂ ਬਿਨਾਂ ਹੋਵੇ। ਤਿਉ ਨਾਮੈ ਬਿਨ ਦੇਹਰੀ ਜਮ ਮਾਰੈ ਅੰਤਰ ਦੋਖ। ਕਹਿੰਦੇ ਤੇਰੇ ਅੰਦਰਲੇ ਦੋਸ਼ਾਂ ਕਰਕੇ ਤੈਨੂੰ ਜਮ ਮਾਰੇਗਾ। ਦੇਹ ਤੇਰੇ ਕੋ ਹੈਗੀ ਲੇਕਿਨ ਤਪੱਸਿਆ ਨਹੀਂ ਹੈਗੀ, ਨਾਮ ਨਹੀਂ ਹੈ। ਸਾਖਤ ਪ੍ਰੇਮ ਨਾ ਪਾਈਏ। ਸਾਖਤ ਪੁਣਾ ਕੀਤਿਆਂ, ਕਹਿੰਦੇ ਸਾਖਤ ਪੁਣੇ ਨਾਲ ਪ੍ਰੇਮ ਕੀਤਿਆਂ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਇਸੇ ਲਈ ਕਹਿੰਦੇ ਸਾਖਤ ਨਾਲ ਪ੍ਰੇਮ ਨਾ ਕਰੋ ਗੁਰਮੁਖੋ। ਕਬੀਰ ਸਾਹਿਬ ਕਹਿੰਦੇ ਕਬੀਰ ਸਾਖਤ ਸੰਗ ਨਾ ਕੀਜੀਏ, ਦੂਰਹਿ ਜਾਈਏ ਭਾਗ, ਬਾਸਨ ਕਾਰੋ ਪਰਸੀਏ ਤਉ ਕਛ ਲਾਗੇ ਦਾਗ। ਸਾਖਤ ਦੀ ਸੰਗਤ ਭੁੱਲ ਕੇ ਵੀ ਨਹੀਂ ਕਰਨੀ। ਕਬੀਰ ਸਾਹਿਬ ਕਹਿੰਦੇ ਸਾਖਤ ਦਾ ਮਤਲਬ
ਜਿਹੜਾ ਟੁੱਟਾ ਹੋਇਆ परमात्मा तो टुटे हुए बंदे की संगत नहीं करनी। जिहड़ा आखे ना भी परमात्मा हुंदा ही नहीं जी, एवें गल्लां ही बणियां, कोई फर्क नहीं हैगा। अपने मन च ही गुरद्वारा हुंदा, समझ लो बंदा साकत है, इस दी संगत नहीं करनी। साकत प्रेम ना पाईए हर पाईए सतगुर पाहे, कहंदे सतगुरु जी के चरणों नाल प्रेम कीतियां परमात्मा मिलता है, साकतां दी संगत कीतियां कदे नहीं मिल सकता। साकत दी संगत क्यों नहीं प्राप्त होना। बहुत थावां ते जिथे महाराज ने इन्ना उपदेश दिता भी तुसीं संगत करनी, संत मिले के सुणीए कहीए, उत्थे नाल ही आख्या मिले असंत मस्ट कर रही है। कहंदे जे साकत मिल जे असंत मिल जे तो फिर नहीं, फिर चोपी भली है। जो कोई संत मिल जाए फिर कुछ कहना सुनना चाहिए। कबीर साधु को मिलने जाइए साथ ना लीजे कोई, कहते साधु को मिलने चलिया फिर बहुते साथ की लोड़ नहीं होंगी कि तू साथ इकट्ठा करता रहेगा, उन्हें तेन समा लंघ जाएगा। पर उत्थे कबीर साहब जी के इन्ने बचन वो कहते हैं, कबीर मारी मरो कुसंग की केने निकट जो बेर। कहते कुसंगत करके बेरी दे मुढ़ उग खलोता केला भी पछिया जाता, हालांकि कसूर केले का कोई नहीं होंदा, सिर्फ यह है कि बेरी दे नाल उग खलोता, वो जो बेरी वो झूले वो चीर गए, हवा आउण ते वो झूलदी आ ते विचारी छिल्ली जाती केले नूं। कहते कसंग करके मारिया गया, दोष नहीं सी हैगा कोई। इस करके साकत प्रेम ना पाईए। कहते गुरमुखो साकत बंदे नाल प्रेम नहीं, साकत नाल प्रेम करोगे परमात्मा की प्राप्ति नहीं होनी। हाँ साकत ना होवे, अज्ञानी होवे, फिर प्रेम करने का कोई डर नहीं। अज्ञानी है तो क्योंकि ज्ञान नहीं हैगा, जदों उन्हें सोझी आवेगी मुड़ आवेगा। साकत ने कदे नहीं मुड़ना हुंदा। भुलिया होया बंदा मुड़ सकदा, अज्ञानी मुड़ सकदा, बेसमझ मुड़ सकदा, साकत नहीं मुड़दा हुंदा। साकत नूं नहीं आपां समझा सकदे, जिन्ना मर्जी विचार उहदे नाल करो, साकत ने नहीं वापस आउणा। इसलिए आख्या साकत की संगत तो बचो। भुले नूं तां समझा लांगे, जिन्हों नहीं समझ उन्होंने तो दस्या जा सकता, पर जिन्हों पता सारा तो विगड़ चुका, उन्हें कित्थे मुड़ना। साकत प्रेम ना पाईए हर पाईए सतगुर पाए। पाएदार दा प्रेम कहते सतगुरु जी के चरणों नाल प्रेम कीतियां प्राप्ति हुंदी। गुरमुखो साकतां नाल प्रेम नहीं करना। सुख दुख दाता गुर मिले कहो नानक सिफत समाए। कहते सुखां दुखां दा दाता अकाल पुरख वाहिगुरु, सुख दुख दाता, दुख नूं दूर करके सुख बख्श देण वाला जो दाता ना वो सतगुरु है। दुख कट के जिहड़ा सुख बख्श सकदा। सुख दुख दाता गुर मिले कहो नानक सिफत समाए। कहते सिफत कीतियां अकाल पुरख वाहिगुरु जी विच समाई हो जाती, परमात्मा च समाई होंदी। संत बाबा करतार सिंह जी ने एक बारी बंबे एक ड्राइवर नूं जफ्फी च लै लिया। ड्राइवरां ने बड़ा सत्कार किया, उन्हां तुरे जांदे एक ड्राइवर नूं जफ्फी च लै लिया, प्रेम किया। नाल दे सिंह कहंदे भी महापुरुषो ये ड्राइवरां दीयां जेबां च सारे ही नशे हुंदे, इनू जफी पाउण दी की लोड़ सी। महापुरुषां ने आख्या गुरमुखो ये भुले ने, इन्हां नूं जफी पावांगे तो वापस लियावांगे। तो वाकई वो ऐसे आए, वो जिहड़े लोकां दीयां गड्डियां चलाउंदे सी, वो साली सरदार वर्गे साध संगत उन्हां दी अपणियां ट्रांसपोर्टां ने हुण, और सारे वापस आ गए। पर इदां दा एक साकत भुलिया होया साकत बंदा गुरदासपुर, सारे संघां ने जोर ला लिया जी उस बंदे की बड़ी आ गल चलती, उहदे कोल चलीए। महापुरुषों ने आख्या साकत है, उहदे कोल जाण दी लोड़ नहीं, आपां नूं उहदे कोले नहीं जाना। हाँ जिहड़ा भुला जिहड़ा अज्ञानी है, जिन्होंने नहीं समझ, उन्होंने तो संत जफ्फी भी पाउंदे, कहंदे साडा भरा इहनूं आपां मोड़ के लियाउणा, इहनूं समझ नहीं हैगी। पर जिहड़ा साकत है ਸਿੰਘਾਂ ਦੇ ਕਹਿਣ ਤੇ भी महापुरुष कहते नहीं ਉਹਦੇ ਕੋਲ जाण ਦੀ ਲੋੜ नहीं। गुरमुखो साकत प्रेम ना पाईए हर पाईए सतगुर पाए, सुख दुख दाता गुर मिले कहो नानक सिफत समाए। कहते सिफत कीतियां महाराज दी, शोभा कीतियां, वडियाई कीतियां, गुण गाया समाई अकाल पुरख वाहिगुरू च हुंदी हुंदी। ये गुरु साहब जी ने साध संगत की कृपा की।
ਅੱਜ ਦੇ ਇਸ ਪ੍ਰਕਰਣ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਆਪਣੀ ਸਾਰਿਆਂ ਦੀ ਹਾਜ਼ਰੀ ਗੁਰੂ ਸਾਹਿਬ ਜੀ ਦੇ ਦਰ ਤੇ ਪ੍ਰਵਾਨ ਹੋਵੇ। ਆਪਾਂ ਨੂੰ ਨਿਤਨੇਮ ਦੀ ਦਾਤ ਮਹਾਰਾਜ ਜੀ ਬਖਸ਼ਣ, ਕੋਈ ਸ਼ਰਧਾ ਭਾਵਨਾ, ਕੋਈ ਉਦਮ ਵੀ ਗੁਰੂ ਸਾਹਿਬ ਜੀ ਕਿਰਪਾ ਕਰ ਦੇਣ, ਤਾਂ ਜੋ ਕੁਝ ਨਾ ਕੁਝ ਨਿਤਨੇਮ ਕਰਕੇ, ਸੰਗਤ ਕਰਕੇ, ਕੁਝ ਰੱਬ ਕਰਕੇ ਆਪਾਂ ਆਪਣੇ ਜਨਮ ਨੂੰ ਸਫਲਾ ਕਰ ਸਕੀਏ। ਜੀ ਲਿਖਿਆ ਕਿਤੇ ਨਾ ਛੁੱਟੀ ਆ ਖਿਣ ਖਿਣ ਭੂਲਣਹਾਰ, ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸਿੱਧੀ ਮਨ ਵਜਿਆ, ਵਾਧਾਈਆ ਰਾਗ ਰਤਨ ਪਰਵਾਰ ਭਰੀਆ, ਸ਼ਬਦ ਗਾਵਣ ਆਈਆ। ਸ਼ਬਦੋ ਤਾ ਗਾਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ। ਅੰਗੀਕਾਰ ਹੋ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰਾ ਸੁਆਮੀ, ਸੋ ਕਿਉ ਮਨ ਵਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਤ ਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਹੈ ਵਡਿਆਈਆਂ। ਕਹਿ ਨਾਨਕ ਸੁਣੋ ਸੰਤ ਹੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ।